ਹਾਜ਼ਰੀਨ ਮੁਅੱਜ਼ਜ਼, ਅੱਜ ਦੀ ਸਾਡੀ ਇਸ ਕਲਾਸ ਦੇ ਵਿੱਚ ਅਸੀਂ ਧੁਨੀ ਅਧਿਐਨ ਦੇ ਸੰਬੰਧ ਦੇ ਵਿੱਚ ਚਰਚਾ ਕਰਾਂਗੇ ਜਾਂ ਧੁਨੀ ਵਿਸ਼ਲੇਸ਼ਣ ਨੂੰ ਪੇਸ਼ ਕਰਾਂਗੇ ਭਾਸ਼ਾਈ ਧੁਨੀਆਂ ਦੇ ਸੰਦਰਭ ਦੇ ਵਿੱਚ। ਤੋਂ ਸਭ ਤੋਂ ਪਹਿਲਾਂ ਤਾਂ ਧੁਨੀ ਦੀ ਅਸੀਂ ਪਰਿਭਾਸ਼ਾ ਕਰਨ ਦਾ ਯਤਨ ਕਰਾਂਗੇ ਕਿ ਧੁਨੀ ਕੀ ਹੈ। ਪੱਛਮੀ ਵਿਆਕਰਨਕਾਰਾਂ ਨੇ ਜਿਹੜਾ ਧੁਨੀ ਦੀ ਅਹਿਮੀਅਤ ਨੂੰ ਬਾਖੂਬੀ ਸਮਝਿਆ ਔਰ ਇਸ ਨੂੰ ਸਮਝਦਿਆਂ ਹੋਇਆਂ ਭਾਸ਼ਾ ਚਿੰਤਕਾਂ ਨੇ, ਭਾਸ਼ਾਵਿਦਾਂ ਨੇ, ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਧੁਨੀ ਹੈਗੀ ਆ ਉਹ ਭਾਸ਼ਾ ਦੀ ਸਭ ਤੋਂ ਛੋਟੀ ਤੇ ਅਰਥ ਮੁਕਤ ਇਕਾਈ ਹੈ। ਸਾਡੇ ਭਾਰਤੀ ਸਨਾਤਨੀ ਪਰੰਪਰਾਇਕ ਵਿਆਕਰਨਕਾਰ ਜਿਹੜੇ ਸ਼ਬਦ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਦੇ ਸਨ, ਉੱਥੇ ਪੱਛਮੀ ਵਿਆਕਰਨਕਾਰਾਂ ਨੇ ਧੁਨੀ ਨੂੰ ਜਿਹੜਾ ਹੈਗਾ ਸਭ ਤੋਂ ਨਿਮਨ ਇਕਾਈ ਮੰਨਿਆ ਹੈ। ਹਾਲਾਂਕਿ ਇਹ ਗੱਲ ਨਹੀਂ ਹੈਗੀ ਕਿ ਭਾਰਤੀ ਪਰੰਪਰਾ ਦੇ ਵਿੱਚ, ਸਾਡੀ ਪਰੰਪਰਾ ਦੇ ਵਿੱਚ ਕੋਈ ਧੁਨੀ ਦੀ ਕੋਈ ਰੈਲੀਵੈਂਸੀ ਨਹੀਂ ਸੀਗੀ, ਕੋਈ ਅਹਿਮੀਅਤ ਨਹੀਂ ਸੀਗੀ। ਧੁਨੀ ਦੀ ਅਹਿਮੀਅਤ ਸੀ। ਗੁਰਬਾਣੀ ਵਿੱਚ ਵੀ ਧੁਨੀ ਦਾ ਬਾਰ-ਬਾਰ ਜ਼ਿਕਰ ਆਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੋਂ ਜਿਹੜਾ ਉੱਥੇ ਧੁਨ ਹੈ, ਦਰਅਸਲ ਦੇ ਵਿੱਚ ਸਾਡੇ ਦਾਰਸ਼ਨਿਕ ਪੱਖ ਤੋਂ ਜੇ ਦੇਖਿਆ ਜਾਵੇ, ਭਾਰਤੀ ਸੰਦਰਭ ਦੇ ਵਿੱਚ ਜੇ ਦੇਖਿਆ ਜਾਵੇ ਤੇ ਜਿਹੜੀ ਧੁਨੀ ਹੈਗੀ ਆ ਉਹ ਮੀਨਿੰਗ ਦੇ ਜਿਹੜੇ ਸੰਦਰਭ ਦੇ ਵਿੱਚ, ਉਸ ਦੇ ਕੰਟੈਕਸਟ ਦੇ ਵਿੱਚ ਵਰਤੀ ਜਾਂਦੀ ਹੈ। ਜਿਹੜੀ ਸਾਡੇ ਸਾਹਿਤਕ ਧੁਨੀ ਹੈਗੀ ਆ ਉਹ ਆਨੰਦ ਵਰਧਨ ਵਾਲੀ ਧੁਨੀ ਹੈ, ਜਿਹਨੂੰ ਉਹ ਅਰਥ ਦੇ ਸੰਦਰਭ ਦੇ ਵਿੱਚ ਵਰਤਦਾ ਹੈਗਾ। ਤੋਂ ਸੋ ਭਾਸ਼ਾਈ ਧੁਨੀ ਤੇ ਅਰਥ ਪੱਧਰ ਵਾਲੀ ਧੁਨੀ ਦੇ ਵਿਚਕਾਰ, ਦੋਵਾਂ ਦੇ ਵਿੱਚ ਉਹ ਧਵਨੀ ਹੈ, ਇਹ ਧੁਨੀ ਹੈ। ਇਸ ਕਰਕੇ ਇਹਨਾਂ ਦੋਵਾਂ ਦੇ ਵਿਚਕਾਰ ਫਰਕ ਹੈਗਾ, ਮੂਲ ਰੂਪ ਦੇ ਵਿੱਚ ਇਹਨਾਂ 'ਚ ਫਰਕ ਹੈ। ਤੋਂ ਧੁਨੀ ਜਿਹੜੀ ਹੈਗੀ ਆ, ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਭਾਸ਼ਾ ਦੀ ਸਭ ਤੋਂ ਛੋਟੀ ਅਰਥ ਮੁਕਤ ਇਕਾਈ ਹੈ। ਧੁਨੀ ਦਾ ਆਪਣਾ ਕੋਈ ਅਰਥ ਨਹੀਂ ਹੈ, ਉਹ ਇੱਕ ਜਸਟ ਆਵਾਜ਼ ਹੈ, ਇੱਕ ਰਮਜ਼ ਹੈ, ਇੱਕ ਲੈ ਹੈ, ਇੱਕ ਸੁਝਾਅ ਹੈ। ਸੋ ਇਸ ਕਰਕੇ ਧੁਨੀ ਦੀ ਆਪਣੀ ਕੋਈ ਸਾਰਥਿਕਤਾ ਨਹੀਂ ਹੁੰਦੀ ਹੈਗੀ। ਪਰ ਧੁਨੀਆਂ ਦੇ ਤੋਂ ਹੀ ਅੱਖਰ ਜਾਂ ਵਰਣ ਨਿਰਮਿਤ ਹੁੰਦੇ ਨੇ ਤੇ ਵਰਣਾਂ ਤੋਂ ਫਿਰ ਅੱਗੇ ਸ਼ਬਦਾਂ ਦੀ ਜਿਹੜਾ ਵਿਧਾਨ ਕੀਤਾ ਜਾਂਦਾ, ਸ਼ਬਦਾਂ ਤੋਂ ਫਿਰ ਵਾਕੰਸ਼ ਬਣਦੇ ਨੇ, ਵਾਕੰਸ਼ਾਂ ਤੋਂ ਉਪਵਾਕ ਬਣਦੇ ਨੇ ਤੇ ਫਿਰ ਵਾਕਾਂ ਦੀ ਸਿਰਜਣਾ ਹੁੰਦੀ ਹੈ, ਜਿਸ ਨਾਲ ਭਾਸ਼ਾ ਦਾ ਪੂਰਨ ਸਵਰੂਪ ਜਿਹੜਾ ਹੈਗਾ ਪ੍ਰਵਾਨ ਚੜ੍ਹਦਾ ਹੈ। ਤੋਂ ਇੱਥੇ ਅਸੀਂ ਭਾਸ਼ਾ ਦੀ ਸਭ ਤੋਂ ਛੋਟੀ, ਭਾਸ਼ਾ ਦੀ ਸਭ ਤੋਂ ਜਿਹੜੀ ਹੈਗੀ ਆ ਸਮਾਲ ਜਿਹੜਾ ਯੂਨਿਟ ਹੈਗਾ ਹੈ, ਸਮਾਲ ਜਾਂ ਛੋਟੀ ਇਕਾਈ ਹੈਗੀ ਆ, ਉਹ ਧੁਨੀ ਹੈ ਜਾਂ ਸਾਊਂਡ ਹੈ, ਉਸ ਦੇ ਸੰਦਰਭ ਦੇ ਵਿੱਚ ਅਸੀਂ ਅੱਜ ਚਰਚਾ ਕਰਾਂਗੇ। ਮੂਲ ਰੂਪ ਦੇ ਵਿੱਚ ਅਸੀਂ ਇਹ ਬਹੁਤਾ ਡੀਪਲੀ ਨਹੀਂ ਜਾਵਾਂਗੇ। ਸਾਡਾ ਸੰਬੰਧ ਇੱਥੇ ਮੁਖਤਸਰ ਰੂਪ ਨਾਲ ਹੀ ਹੋਊਗਾ। ਇਹਦਾ ਨਾਲ ਭਾਵ ਕੀ ਹੈ ਕਿ ਅਸੀਂ ਜਸਟ ਇਹਦੇ ਨਾਲ ਜਾਣ ਪਛਾਣ ਹੀ ਕਰਾਂਗੇ। ਧੁਨੀ ਨਾਲ ਸਾਡੀ ਇੰਟਰੋਡਕਸ਼ਨ ਹੋਊਗੀ ਸਾਡੀ ਇਸ ਕਲਾਸ ਦੇ ਵਿੱਚ। ਤੋਂ ਜਿਹੜੀ ਧੁਨੀ ਹੈ, ਧੁਨੀ ਦੀਆਂ ਦੋ ਕਿਸਮਾਂ ਜਿਹੜੀਆਂ ਭਾਸ਼ਾ ਚਿੰਤਕ ਮੰਨਦੇ ਨੇ, ਇੱਕ ਖੰਡੀ ਹੈ, ਦੂਸਰੀ ਅਖੰਡੀ ਹੈ। ਅੰਗਰੇਜ਼ੀ ਵਿੱਚ ਇਸ ਨੂੰ ਸੈਗਾਮੈਂਟਲ ਸਾਊਂਡ, ਇਸ ਨੂੰ ਨਾਨ ਸੈਗਾਮੈਂਟਲ ਔਰ ਸੁਪਰ ਸੈਗਾਮੈਂਟਲ ਸਾਊਂਡ ਆਖਿਆ ਜਾਂਦਾ ਹੈਗਾ। ਤੋਂ ਖੰਡੀ ਧੁਨੀ ਦੇ ਵਿੱਚ ਸਵਰ ਤੇ ਵਿਅੰਜਨ ਆਉਂਦੇ ਨੇ। ਵਿਅੰਜਨ ਕੌਨਸੋਨੈਂਟਸ ਐਂਡ ਵੋਵਲਸ ਜੋ ਖੰਡੀ ਧੁਨੀ ਦੇ ਅੰਤਰਗਤ ਆਉਂਦੇ ਨੇ। ਅਖੰਡੀ ਧੁਨੀ ਦੇ ਵਿੱਚ ਜਿਹੜਾ ਹੈਗਾ ਸੁਰ, ਨਾਸਿਕਤਾ, ਬਲ ਤੇ ਸੰਗਮ ਨੂੰ ਵਿਚਾਰਿਆ ਜਾਂਦਾ ਹੈਗਾ। ਤੋਂ ਹੁਣ ਵਰਤਮਾਨ ਸਾਡੇ ਇਸ ਲੈਕਚਰ ਦੇ ਵਿੱਚ ਅਸੀਂ ਜੋ ਅਧਿਐਨ ਕਰਾਂਗੇ ਉਹ ਅਸੀਂ ਖੰਡੀ ਧੁਨੀਆਂ ਦਾ ਕਰਾਂਗੇ, ਕਿਉਂਕਿ ਜੇ ਅਸੀਂ ਨਾਲ ਇਹਦਾ ਜਿਹੜਾ ਵਿਖਿਆਨ ਹੈ ਅਸੀਂ ਹੋਰ ਦੂਜੇ ਲੈਕਚਰ ਦੇ ਵਿੱਚ ਇਹਨਾਂ ਦੇ ਸੰਦਰਭ ਵਿੱਚ ਚਰਚਾ ਕਰਾਂਗੇ। ਇਸ ਦੇ ਅਸੀਂ ਦੋ ਭਾਗ ਬਣਾਵਾਂਗੇ, ਕਿਉਂਕਿ ਜੇ ਇਸ ਇੱਕ ਲੈਕਚਰ ਦੇ ਵਿੱਚ ਬੜਾ ਲੰਮਾ ਹੋ ਜਾਣਾ, ਇਹਦਾ ਜਿਹੜਾ ਹੈਗਾ ਅਧਿਐਨ ਬੜਾ ਵਸੀਹ ਵਿਵੇਚਨ ਹੋ ਜਾਏਗਾ, ਸੋ ਸਮਾਂ ਜਿਹੜਾ ਜ਼ਿਆਦਾ ਹੋ ਜਾਏਗਾ। ਤੋਂ ਤਕਨੀਕੀ ਕਾਰਨਾਂ ਕਰਕੇ ਅਸੀਂ ਜਿਹੜਾ ਹੈਗਾ ਉਸ ਨੂੰ ਅੱਜ ਅਸੀਂ ਖੰਡੀ ਧੁਨੀਆਂ ਦਾ ਹੀ ਅਧਿਐਨ ਕਰਾਂਗੇ। ਤੋਂ ਖੰਡੀ ਧੁਨੀਆਂ ਦੇ ਵਿੱਚ, ਖੰਡੀ ਧੁਨੀਆਂ ਦਾ ਜਿਹੜਾ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦੇ ਵਿੱਚ, ਪੰਜਾਬੀ ਧੁਨੀਮ ਵਿਗਿਆਨ ਦੇ ਕੰਟੈਕਸਟ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਦਾ ਅਧਿਐਨ ਕਰਾਂਗੇ। ਤੋਂ ਧੁਨੀਆਂ ਦਾ ਜੋ ਵਿਸ਼ਲੇਸ਼ਣ ਕਰਦਾ ਹੈ, ਧੁਨੀਆਂ ਦਾ ਜੋ ਅਧਿਐਨ ਕਰਦਾ ਹੈ ਜਾਂ ਧੁਨੀਆਂ ਦਾ ਜੋ ਵਿਵੇਚਨ ਕਰਦਾ ਹੈਗਾ ਸ਼ਾਸਤਰ ਹੈ, ਉਹਨੂੰ ਧੁਨੀ ਵਿਗਿਆਨ ਆਖਿਆ ਜਾਂਦਾ ਹੈਗਾ। ਅੰਗਰੇਜ਼ੀ ਦੇ ਵਿੱਚ ਉਸ ਨੂੰ ਫੋਨੈਟਿਕਸ ਕਹਿੰਦੇ ਨੇ। ਉਹ ਧੁਨੀਆਂ ਦਾ ਸਰਬੰਗੀ ਮੁਲਾਂਕਣ ਕਰਦਾ ਹੈਗਾ। ਤੋਂ ਧੁਨੀ ਵਿਗਿਆਨ ਦੀ ਲੋਅ ਦੇ ਵਿੱਚ, ਉਸ ਦੇ ਵਿਚਾਰਾਂ ਦੇ ਚਾਨਣੇ ਦੇ ਵਿੱਚ, ਉਸ ਦੇ ਜਿਹੜੇ ਹੈਗੇ ਨੇ ਉਸ ਸ਼ਾਸਤਰ ਦੇ ਸਿਧਾਂਤਾਂ ਦੇ ਚਾਨਣੇ ਦੇ ਵਿੱਚ ਅਸੀਂ ਪੰਜਾਬੀ ਦੀ ਧੁਨੀ ਵਿਉਂਤ ਦਾ ਅੱਜ ਇੱਥੇ ਅਧਿਐਨ ਕਰਾਂਗੇ। ਤੋਂ ਸਰਵਪ੍ਰਥਮ ਅਸੀਂ ਪੰਜਾਬੀ ਦੇ ਜਿਹੜੇ ਸਵਰ ਦੇਖਦੇ ਹੈਗੇ ਆ। ਪੰਜਾਬੀ ਦੇ ਵਿੱਚ ਜਿਹੜੇ ਮੂਲ ਸਵਰ ਨੇ ਉਹ ਤਿੰਨ ਨੇ: ਊੜਾ, ਐੜਾ, ਈੜੀ।
ਇੱਕ ਗੱਲ ਯਾਦ ਰੱਖਣੀ ਹੈਗੀ ਆ ਕਿ ਪੰਜਾਬੀ ਵਿੱਚ ਕਈ ਵਾਰ ਵਿਦਿਆਰਥੀਆਂ ਨੂੰ ਉੱਥੇ ਪੇਪਰ ਦੇ ਵਿੱਚ ਜਾ ਕਰਕੇ ਜਾਂ ਆਪਣੇ ਇਮਤਿਹਾਨਾਂ ਦੇ ਵਿੱਚ ਇਸ ਚੀਜ਼ ਦਾ ਬੜਾ, ਭਾਵੇਂ ਉਹ ਮੁਕਾਬਲੇ ਦੇ ਇਮਤਿਹਾਨ ਹੋਣ, ਭਾਵੇਂ ਉਹ ਅਕਾਦਮਿਕ ਇਮਤਿਹਾਨ ਹੋਣ, ਉਹਦੇ ਵਿੱਚ ਬੜਾ ਹੀ ਕਈਆਂ ਬੱਚਿਆਂ ਨੂੰ ਟਪਲਾ ਲੱਗ ਜਾਂਦਾ ਹੈਗਾ ਕਿ ਸਵਰ 3 ਨੇ ਜਾਂ ਸਵਰ 10 ਨੇ। ਇੱਥੇ ਗੱਲ ਯਾਦ ਰੱਖਣ ਯੋਗ ਹੈਗੀ ਜਿਹੜੀ, ਸਭ ਤੋਂ ਪਹਿਲਾਂ ਤੇ ਤੁਸੀਂ ਜਦੋਂ ਗੱਲ ਕਰਨੀ ਹੈ, ਜਿਹੜਾ ਊੜਾ ਆੜਾ ਈੜੀ ਹੈਗਾ, ਇਹ ਤਿੰਨੇ ਮੂਲ ਸਵਰ ਨੇ। ਇਹ ਤਿੰਨੇ ਮੂਲ ਸਵਰ ਨੇ, ਜਾਂ ਫਿਰ ਇਹ ਵੀ ਪੁੱਛਿਆ ਜਾ ਸਕਦਾ ਹੈਗਾ ਕਿ ਸਵਰ ਵਾਹਕ ਕਿਹੜੇ ਕਿਹੜੇ ਨੇ। ਤਾਂ ਤੁਸੀਂ ਜਿਹੜਾ ਦੱਸਣਾ ਹੈਗਾ ਕਿ ਜਿਹੜਾ ਊੜਾ ਆੜਾ ਈੜੀ, ਇਹ ਤਿੰਨੇ ਮੂਲ ਸਵਰ ਨੇ ਜਾਂ ਸਵਰ ਵਾਹਕ ਨੇ। ਸੋ ਊੜਾ ਐੜਾ ਈੜੀ, ਇਹਨਾਂ ਨੂੰ ਤੁਸੀਂ ਮੂਲ ਸਵਰ ਓਬਲੀਕ ਸਵਰ ਵਾਹਕ ਕਹਿ ਸਕਦੇ ਹੋ। ਇਹ ਤਿੰਨੇ ਮੂਲ ਸਵਰ ਨੇ ਜਾਂ ਸਵਰ ਵਾਹਕ ਨੇ। ਤੋਂ ਆਚਾਰੀਆ ਨੇ, ਜਿਹੜੇ ਸਾਡੇ ਭਾਰਤੀ ਆਚਾਰੀਆ ਨੇ, ਇਹ ਨਹੀਂ ਹੈਗਾ ਕਿ ਪੱਛਮ ਨੇ ਹੀ ਧੁਨੀਆਂ ਦਾ ਸਰਬੰਗੀ ਮੁਲਾਂਕਣ ਕੀਤਾ ਹੈਗਾ। ਭਾਰਤੀ ਆਚਾਰੀਆ ਨੇ ਵੀ ਜੇਕਰ ਧੁਨੀ ਵਿਗਿਆਨ ਦੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਤੇ ਉਹਨਾਂ ਨੇ ਬੜਾ ਹੀ ਡੀਪਲੀ ਜਿਹੜਾ ਐਨਾਲਿਸਿਸ ਜਾਂ ਅਧਿਐਨ ਕੀਤਾ ਹੈਗਾ, ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰ ਲਈਏ ਪ੍ਰਤਿਸ਼ਾਖਿਆਕਾਰਾਂ ਦੀ ਗੱਲ ਕਰ ਲਈਏ, ਜਾਂ ਕਾਤੰਤਰ ਵਿਆਕਰਨਕਾਰਾਂ ਦੀ ਗੱਲ ਕਰ ਲਈਏ, ਜਾਂ ਅਸ਼ਟਾਧਿਆਇਕਾਰ ਆਚਾਰੀਆ ਪਾਣਨੀ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਬੜਾ ਹੀ ਨਿੱਠ ਕੇ, ਬੜਾ ਹੀ ਸੁਚੇਤ ਹੋ ਕੇ, ਬੜੇ ਕੌਨਸ਼ੀਅਸ ਮਾਈਂਡ ਦੇ ਨਾਲ, ਆਪਣੀ ਦਿਵ ਦ੍ਰਿਸ਼ਟੀ, ਆਪਣੀ ਇੰਟਿਊਸ਼ਨ ਦੇ ਨਾਲ ਜਿਹੜਾ ਹੈਗਾ ਧੁਨੀਆਂ ਦਾ ਅਧਿਐਨ ਕੀਤਾ ਹੈਗਾ। ਔਰ ਇੱਕ ਗੱਲ ਬੜੀ ਇੱਥੇ ਜਿਹੜੀ ਹੈਗੀ ਆ ਉਹ ਰੌਚਕ ਗੱਲ ਬੜੀ ਜਿਹੜੀ ਮੈਂ ਤੁਹਾਨੂੰ ਦੱਸਾਂ ਕਿ ਜੋ ਵੰਡ ਧੁਨੀਆਂ ਦੀ ਪਾਣਨੀ ਨੇ ਕੀਤੀ ਹੈਗੀ ਆਪਣੇ ਅਸ਼ਟਾਧਿਆਇ ਦੇ ਵਿੱਚ, ਜਿਹਨੂੰ ਉਹ ਵਰਨ ਨਿਰੂਪਣ ਕਹਿੰਦਾ ਹੈ ਜਾਂ ਮਹੇਸ਼ਵਰ ਸੂਤਰ ਕਹਿੰਦਾ ਹੈਗਾ, ਉਹਦੇ ਵਿੱਚ ਜੋ ਉਹਨੇ ਧੁਨੀਆਂ ਦੀ ਵੰਡ ਕਰ ਦਿੱਤੀ, ਉਹ ਹਰਫੇ ਅਖੀਰ ਮੰਨੀ ਜਾ ਸਕਦੀ ਹੈ ਅੱਜ ਤੱਕ। ਉਸ ਤੋਂ ਅੱਗੇ ਜਿਹੜੀ ਵੰਡ ਕਿਸੇ ਨੇ ਅੱਜ ਤੱਕ ਨਹੀਂ ਕੀਤੀ ਹੈਗੀ। ਭਾਵੇਂ ਪੱਛਮੀ ਭਾਸ਼ਾ ਵਿਗਿਆਨ, ਪੱਛਮੀ ਭਾਸ਼ਾ ਧੁਨੀ ਵਿਗਿਆਨ ਦੇ ਜਗਤ ਦੇ ਵਿੱਚ ਭੌਤਿਕ ਉਪਕਰਨ ਆ ਗਏ ਨੇ ਧੁਨੀਆਂ ਦਾ ਅਧਿਐਨ ਕਰਨ ਵਾਸਤੇ। ਭਾਸ਼ਾਈ ਪ੍ਰਯੋਗਸ਼ਾਲਾਵਾਂ ਦੇ ਵਿੱਚ ਜਿਹੜੀਆਂ ਮਨੁੱਖੀ ਆਵਾਜ਼ਾਂ ਨੇ, ਧੁਨੀਆਂ ਨੇ, ਉਹਨਾਂ ਨੂੰ ਰਿਕਾਰਡ ਕਰਕੇ ਜਿਹੜਾ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ, ਜਾਂ ਹੋਰ ਭੌਤਿਕ ਉਪਕਰਨਾਂ ਦੀ ਯੰਤਰਾਂ ਦੀ ਸਹਾਇਤਾ ਦੇ ਨਾਲ, ਜਿਹੜੇ ਉੱਥੇ ਯੰਤਰ ਨੇ, ਉਹਨਾਂ ਦੀ ਜਿਹੜੇ ਟੂਲਸ ਨੇ, ਉਹਨਾਂ ਦੀ ਮਦਦ ਦੇ ਨਾਲ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਪਰ ਜੋ ਵੰਡ ਪਾਣਨੀ ਨੇ ਆਪਣੇ ਜਿਹੜਾ ਉਹਦਾ ਗ੍ਰੰਥ ਹੈਗਾ, ਉਹਦਾ ਜਿਹੜਾ ਸ਼ਾਸਤਰ ਹੈਗਾ ਅਸ਼ਟਾਧਿਆਇ, ਉਹਦੇ ਵਿੱਚ ਮਹੇਸ਼ਵਰ ਸੂਤਰ ਵਰਣ ਨਿਰੂਪਣ ਦੇ ਵਿੱਚ ਜੋ ਧੁਨੀਆਂ ਦੀ ਵੰਡ ਕਰ ਦਿੱਤੀ, ਉਹ ਬਾਕਮਾਲ ਹੈ। ਪੱਛਮੀ ਵਿਦਵਾਨ ਉਸ ਦੀ ਮੁਕਤ ਕੰਠ ਨਾਲ ਜਿਹੜੀ ਹੈਗੀ ਆ, ਡੇਵਿਡ ਕ੍ਰਿਸਟਲ ਹੈ ਜਾਂ ਫਿਰ ਜੌਨ ਲਾਇਨਸ ਹੈ, ਇਹ ਪੱਛਮੀ ਵਿਦਵਾਨ ਵੀ ਉਹਦੀ ਜਿਹੜੀ ਹੈਗੀ ਮੁਕਤ ਕੰਠ ਨਾਲ ਉਸ ਦੀ ਪ੍ਰਸ਼ੰਸਾ ਕਰਦੇ ਨੇ। ਤੋਂ ਪਾਣਨੀ ਨੇ ਦਾ ਜਾਂ ਪ੍ਰਤਿਸ਼ਾਖਾ ਦਾ ਜਿਹੜੇ ਆਧਾਰ ਉੱਪਰ ਹੀ ਸਾਡੀਆਂ ਜਿਹੜੀਆਂ ਹੈਗੀਆਂ ਉਹ ਧੁਨੀਆਂ ਵੰਡੀਆਂ ਗਈਆਂ ਨੇ। ਤੋਂ ਪਹਿਲਾਂ ਤਾਂ ਸਵਰਾਂ ਦੀ ਵੰਡ ਦੀ ਅਸੀਂ ਗੱਲ ਕਰਦੇ ਹੈਗੇ ਆ ਕਿ ਸਵਰਾਂ ਨੂੰ ਕਿਸ ਪ੍ਰਕਾਰ ਵੰਡਿਆ ਗਿਆ ਹੈ। ਪਾਣਨੀ ਨੇ ਸਵਰਾਂ ਨੂੰ 3 ਪ੍ਰਕਾਰ ਦੇ ਨਾਲ ਵੰਡਿਆ ਹੈਗਾ। ਇੱਕ ਤੇ ਮਾਤਰਾ ਦੇ ਆਧਾਰ ਤੇ, ਦੂਸਰਾ ਜੀਭ ਦੀ ਸਥਿਤੀ ਦੇ ਆਧਾਰ ਤੇ, ਤੀਸਰਾ ਜਿਹੜਾ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ। ਇੱਥੇ ਅਸੀਂ ਜਿਹੜਾ ਜੀਭ ਦੀ ਸਥਿਤੀ ਹੈਗੀ ਆ ਜਾਂ ਫਿਰ ਬੁੱਲਾਂ ਦੀ ਸਥਿਤੀ ਹੈਗੀ ਆ, ਉਹਦੇ ਸੰਦਰਭ ਦੇ ਵਿੱਚ ਮੁਖਤਸਰ ਰੂਪ ਦੇ ਵਿੱਚ ਹੀ ਮੈਂ ਤੁਹਾਨੂੰ ਦੱਸੂਗਾ ਕਿ ਜੀਭ ਦੀ ਸਥਿਤੀ ਦੇ ਆਧਾਰ ਤੇ ਸਵਰ ਜਿਹੜੇ ਹੁੰਦੇ ਨੇ ਉਹ 3 ਪ੍ਰਕਾਰ ਦੇ ਹੁੰਦੇ ਨੇ, ਅਗਲੇ ਸਵਰ, ਪਿਛਲੇ ਸਵਰ ਤੇ ਮਝਲੇ ਸਵਰ। ਔਰ ਬੁੱਲਾਂ ਦੀ ਸਥਿਤੀ ਦੇ ਆਧਾਰ ਦੇ ਉੱਪਰ ਸਵਰ 2 ਪ੍ਰਕਾਰ ਦੇ ਹੁੰਦੇ ਨੇ, ਗੋਲ ਸਵਰ ਤੇ ਗੁਲਾਈ ਰਹਿਤ ਸਵਰ। ਤੀਜੀ ਜਿਹੜੀ ਵੰਡ ਹੈਗੀ ਆ ਉਹ ਮਾਤਰਾ ਦੇ ਆਧਾਰ ਤੇ। ਮਾਤਰਾ ਦੇ ਆਧਾਰ ਤੇ ਬੜੀ ਹੀ ਲੌਜੀਕਲੀ ਔਰ ਸਾਇੰਟੀਫਿਕ ਵੰਡ ਹੈਗੀ ਜਿਹੜੀ ਸਵਰਾਂ ਦੀ, ਉਹ ਕੀਤੀ ਗਈ ਹੈਗੀ ਆ। ਇੱਥੇ ਅਸੀਂ ਮਾਤਰਾ ਦੇ ਆਧਾਰ ਤੇ ਸਵਰਾਂ ਦੀ ਵੰਡ ਦੀ ਪਹਿਲਾਂ ਅਸੀਂ ਚਰਚਾ ਕਰਾਂਗੇ। ਤੋਂ ਸਵਰਾਂ ਦੀ ਜਿਹੜੀ ਵੰਡ ਹੈ, ਸਵਰ ਵੰਡ ਮਾਤਰਾ ਦੇ ਆਧਾਰ ਤੇ ਗੱਲ ਕਰੀਏ ਦੇ ਆਧਾਰ ਉੱਤੇ ਤਾਂ ਲਘੂ ਸਵਰ ਨੇ ਔਰ ਦੂਸਰੇ ਦੀਰਘ ਸਵਰ ਨੇ। ਸ਼ਾਰਟ ਵਾਵਲਸ ਐਂਡ ਲੌਂਗ ਵਾਵਲਸ ਨੇ। ਇੱਕ ਲਘੂ ਨੇ, ਦੂਸਰੇ ਦੀਰਘ ਨੇ।
ਪਰ ਸੰਸਕ੍ਰਿਤ ਵਿੱਚ ਪਾਣਨੀ ਨੇ ਇੱਕ ਵੰਡ ਹੋਰ ਕੀਤੀ ਹੈਗੀ ਆ। ਮੈਂ ਇੱਥੇ ਪੰਜਾਬੀ ਦੇ ਕੰਟੈਕਸਟ ਦੇ ਵਿੱਚ ਹੀ ਦੱਸ ਰਿਹਾ, ਸੋ ਪਾਠਕ ਵਿਦਿਆਰਥੀਆਂ ਵਾਸਤੇ ਮੈਂ ਨਾਲੇ ਵੀ ਦੱਸ ਦਿਆਂ ਕਿ ਇੱਕ ਪ੍ਰਕਾਰ ਦਾ ਸਵਰ ਹੋਰ ਹੁੰਦਾ ਹੈ, ਉਹਨੂੰ ਪਲੁੱਤ ਕਿਹਾ ਜਾਂਦਾ ਹੈ। ਪਲੁੱਤ ਪੰਜਾਬੀ ਦੇ ਵਿੱਚ ਜਿਹੜਾ ਹੈਗਾ, ਜਦੋਂ ਅਸੀਂ ਬੜਾ ਨਾ ਇਹਨੂੰ ਲਮਕਾ ਵਾਲਾ ਕਹਿਤਾ ਹੁਣ ਤਾਂ ਵਿਦਵਾਨਾਂ ਨੇ, ਸਾਡੇ ਵਿਆਕਰਨਕਾਰਾਂ ਨੇ, ਕਿ ਜੀ ਲਮਕਾ ਵਾਲਾ ਹੁੰਦਾ ਹੈਗਾ, ਤੋਂ ਪ੍ਰੋਪਰ ਜੀ ਕੋਈ ਗੱਲ ਨਹੀਂ ਬਣ ਸਕੀ ਹੈਗੀ ਇਸ ਦੇ ਸੰਦਰਭ ਦੇ ਵਿੱਚ। ਮੈਨੂੰ ਲੱਗਦਾ ਕਿ ਪੰਜਾਬੀ ਵਿੱਚ ਪਲੁੱਤ ਹੈਗੇ ਨਾ, ਉਹ ਮੈਂ ਤੁਹਾਨੂੰ ਦੱਸੂਗਾ ਕਿਸ ਪ੍ਰਕਾਰ ਹੈਗੇ ਨਾ। ਤੋਂ ਦੋ ਪ੍ਰਕਾਰ ਦੇ ਤਾਂ ਜਿਹੜੇ ਮਿਲਦੇ ਹੀ ਮਿਲਦੇ ਨੇ ਪੰਜਾਬੀ ਦੇ ਵਿੱਚ, ਲਘੂ ਤੇ ਦੀਰਘ, ਸ਼ਾਰਟ ਐਂਡ ਲੌਂਗ। ਜਿਹੜਾ ਪਲੁੱਤ ਹੈਗਾ, ਜਿਹੜਾ ਲਘੂ ਹੈ, ਲਘੂ ਇੱਕ ਮਾਤਰਾ ਵਾਲਾ ਹੈ, ਇੱਕ ਮਾਤਰਿਕ। ਜਿਹੜਾ ਦੀਰਘ ਹੈ ਇਹ ਦੋ ਮਾਤਰਿਕ ਹੈ, ਇਹਨੂੰ ਦੋ ਮਾਤਰਾ ਲੱਗਦੀਆਂ। ਜਿਹੜਾ ਪਲੁੱਤ ਹੈ ਉਹ ਤਿੰਨ ਮਾਤਰਾਵਾਂ ਵਾਲਾ ਹੈ। ਮਾਤਰਾ ਹੁਣ ਤੁਸੀਂ ਕਹੋਗੇ ਜੀ ਕਿ ਪੰਜਾਬੀ ਵਿੱਚ ਤੇ ਤਿੰਨ ਮਾਤਰਾ ਅਸੀਂ ਲੱਗਦੀਆਂ ਵੇਖੀਆਂ ਹੀ ਨਹੀਂ ਕਿਸੇ ਅੱਖਰ ਨੂੰ, ਬੜੀ ਹਾਸੋ। ਹਾਂ, ਸੰਸਕ੍ਰਿਤ ਦੇ ਵਿੱਚ ਤੇ ਪਲੁੱਤਾਂ ਦੇ ਵਿੱਚ ਅਕਸਰ ਤਿੰਨ ਮਾਤਰਾਵਾਂ ਵਾਲੇ ਪਲੁੱਤ ਆਮ ਮਿਲਦੇ ਨੇ, ਕਿਉਂਕਿ ਸੰਸਕ੍ਰਿਤ ਵਿਯੋਗਾਤਮਿਕ ਭਾਸ਼ਾ, ਸੰਯੋਗਾਤਮਿਕ ਭਾਸ਼ਾ, ਤੋਂ ਉਹਦੇ ਜਿਹੜੇ ਕੜੀਦਾਰ ਸੰਬੰਧ ਨੇ ਉਹਦੇ। ਤੋਂ ਇੱਥੇ ਜਿਹੜੀ ਅਸੀਂ ਪੰਜਾਬੀ 'ਚ ਤਿੰਨ ਮਾਤਰਾਵਾਂ ਵਾਲਾ ਕਿਵੇਂ ਮਿਲਦਾ ਹੈ, ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਇਹ ਵਿਖਿਆਨ ਕਰਨ ਤੋਂ ਬਾਅਦ ਦੱਸੂਗਾ, ਕਿਸ ਪ੍ਰਕਾਰ ਪੰਜਾਬੀ 'ਚ ਵੀ ਤਿੰਨ ਮਾਤਰਾਵਾਂ ਵਾਲੇ ਕਿਸ ਪ੍ਰਕਾਰ ਮਿਲਦੇ ਹੈਗੇ ਨਾ। ਤੋਂ ਜਿਹੜਾ ਲਘੂ ਹੈਗਾ ਪੰਜਾਬੀ ਦੇ ਵਿੱਚ, ਜਿਹੜੇ ਲਘੂ ਸਵਰ ਨੇ, ਲਘੂ ਸਵਰ ਜਿਹੜੇ ਹੈਗੇ ਨੇ ਆ, ਏ ਤੇ ਓ, ਤਿੰਨ ਪੰਜਾਬੀ ਦੇ ਵਿੱਚ ਲਘੂ ਸਵਰ ਨੇ, ਆ, ਏ, ਓ। ਆਚਾਰੀਆ ਵਰਦਰਾਜ ਆਪਣੀ ਕਿਤਾਬ ਲਘੂ ਸਿਧਾਂਤ ਕੌਮਦੀ ਦੇ ਵਿੱਚ ਲਿਖਦੇ ਨੇ ਕਿ ਜੇਕਰ ਪੁੱਛਿਆ ਜਾਵੇ ਕਿ ਲਘੂ ਦੇ ਉਚਾਰਨ ਸਮੇਂ ਸਮਾਂ ਕਿੰਨਾ ਲੱਗਦਾ ਹੈ, ਜੇਕਰ ਸਵਾਲ ਪੁੱਛਿਆ ਜਾਵੇ, ਉਹ ਕਹਿੰਦੇ ਨੇ, ਬੜੇ ਤਕੜੇ ਵਿਦਵਾਨ ਹੋਏ ਨੇ ਭਾਰਤੀ ਸਨਾਤਨੀ ਵਿਆਕਰਣ ਦੇ ਆਚਾਰੀਆ ਵਰਦਰਾਜ, ਉਹਨਾਂ ਨੇ ਭਾਸ਼ਾ ਲਿਖਿਆ ਪਾਣਨੀ ਦੇ ਵਿਆਕਰਣ ਦੇ ਉੱਪਰ, ਲਘੂ ਸਿਧਾਂਤ ਕੌਮਦੀ। ਉਹਦੇ ਵਿੱਚ ਉਹ ਕਹਿੰਦੇ ਨੇ ਜੇ ਪੁੱਛਿਆ ਜਾਵੇ ਕਿ ਇੱਕ ਲਘੂ ਨੂੰ ਉਚਾਰਨ ਵਿੱਚ ਕਿੰਨਾ ਟਾਈਮ ਲੱਗਦਾ, ਕਿੰਨਾ ਸਮਾਂ ਲੱਗਦਾ ਹੈਗਾ, ਤਾਂ ਫਿਰ ਉਹ ਕਹਿੰਦਾ ਇਹਦਾ ਜਵਾਬ ਹੈ ਕਿ ਉਹਨਾਂ ਕੁ ਸਮਾਂ ਲਘੂ ਨੂੰ ਉਚਾਰਨ ਤੇ ਲੱਗਦਾ ਹੈ ਜਿੰਨਾ ਕੁ ਸਮੇਂ ਦੇ ਵਿੱਚ ਤੁਸੀਂ ਅੱਖ ਨੂੰ ਫੜਕ ਲੈਂਦੇ ਹੋ, ਪੰਛੀ ਚਹਿਕਦਾ ਹੈ, ਕੋਇਲ ਬੋਲਦੀ ਹੈ, ਜਾਂ ਬੱਦਲ ਗਰਜਦਾ ਹੈ, ਜਾਂ ਬੱਦਲ ਲਿਸ਼ਕਦਾ ਹੈ, ਉਹਨਾਂ ਕੁ ਸਮਾਂ ਜਿਹੜਾ ਹੈਗਾ ਉਹ ਲਘੂ ਨੂੰ ਉਚਾਰਨ ਦੇ ਵਾਸਤੇ ਲੱਗਦਾ ਹੈ। ਭਾਵ ਇਹ ਕੀ ਹੈਗਾ ਕਿ ਜਿਹੜੇ ਲਘੂ ਸਵਰ ਹੁੰਦੇ ਨੇ ਉਹ ਇੰਨੀ ਕੁ ਟਾਈਮ ਦੇ ਵਿੱਚ ਜਿਹੜੇ ਹੈਗੇ ਨੇ ਉਹ ਉਚਾਰੇ ਜਾਂਦੇ ਨੇ, ਭਾਵ ਘੱਟ ਸਮਾਂ ਲੱਗਦਾ, ਤੁਸੀਂ ਲਮਕਾ ਨਹੀਂ ਉਹਨਾਂ ਨੂੰ ਸਕੋਗੇ। ਤੋਂ ਇਹਦੇ ਸਮਵਿੱਥ ਜਿਹੜੇ ਦੀਰਘ ਹੁੰਦੇ ਨੇ ਪੰਜਾਬੀ ਦੇ ਵਿੱਚ, ਜਿਹੜੇ ਦੀਰਘ ਨੇ ਉਹ 7 ਨੇ। ਇੱਥੇ ਜਿਵੇਂ ਆ, ਓ, ਏ, ਈ, ਊ, ਊ, ਐ, ਓ ਆਦਿ। ਤੋਂ ਇਹ ਜਿਹੜੇ 7 ਪੰਜਾਬੀ ਦੇ ਵਿੱਚ ਜਿਹੜੇ ਸਵਰ ਨੇ ਉਹ ਦੀਰਘ ਨੇ, ਇਹਨਾਂ ਨੂੰ ਦੀਰਘ ਆਖਿਆ ਜਾਂਦਾ, ਇਹਨਾਂ ਦੀ ਗਿਣਤੀ 7 ਹੈਗੀ। ਦੀਰਘ ਹੈ ਜਾਂ ਤੁਸੀਂ ਲੌਂਗ ਕਹਿ ਦਿਓ, ਜੋ ਵੀ ਤੁਹਾਨੂੰ ਠੀਕ ਲੱਗਦਾ ਹੈਗਾ। ਤੋਂ ਇਹਨਾਂ ਦੀ ਗਿਣਤੀ 7 ਹੈ। ਇਹਨਾਂ ਨੂੰ ਤੁਸੀਂ ਜਿਵੇਂ ਮਰਜ਼ੀ ਜਿਹੜਾ ਹੈਗਾ ਉਹ ਲਮਕਾ ਦਿਓ, ਜਿਵੇਂ ਅਸੀਂ ਬੋਲ ਗਏ ਆ, ਜਿੰਨਾ ਮਰਜ਼ੀ ਲਮਕਾਈ ਚੱਲੋ, ਫਿਰ ਤੁਸੀਂ ਉਹ, ਏ, ਈ, ਜਿੰਨੇ ਮਰਜ਼ੀ ਤੁਸੀਂ ਇਹਨਾਂ ਨੂੰ ਲਮਕਾ ਸਕਦੇ ਹੋ, ਤੁਹਾਡੇ ਹੱਥ ਦੇ ਵਿੱਚ। ਲਮਕਾ ਭਾਵ ਤੁਸੀਂ ਜਿੰਨਾ ਮਰਜ਼ੀ ਉਹਨੂੰ ਲੰਬਾ ਲੈ ਜਾਓ। ਤੋਂ ਇਹ 7 ਨੇ। ਤੋਂ ਤੀਸਰੀ ਮਾਤਰਾ ਜਿਹੜੀ ਪੰਜਾਬੀ ਦੇ ਵਿੱਚ, ਮੈਂ ਇੱਥੇ ਜਿਹੜੀ ਹੁਣ ਸਾਡੇ ਵਿਦਵਾਨ ਨੇ, ਸਾਡੇ ਵਿਆਕਰਨਕਾਰ ਨੇ, ਸਾਡੇ ਜਿਹੜੇ ਭਾਸ਼ਾ ਚਿੰਤਕ ਨੇ, ਉਹ ਇਹ ਗੱਲ ਮੰਨਦੇ ਨੇ ਕਿ ਪੰਜਾਬੀ ਵਿੱਚ ਪਲੁੱਤ ਨਹੀਂ ਮਿਲਦਾ ਹੈਗਾ। ਤੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਹੈਗਾ ਕਿ ਪੰਜਾਬੀ ਦੇ ਵਿੱਚ ਪਲੁੱਤ ਪਾਇਆ ਜਾਂਦਾ। ਇਹਦੀ ਸਭ ਤੋਂ ਪਹਿਲੀ ਜਿਹੜੀ ਗੱਲ, ਇਹਦੀ ਸਭ ਤੋਂ ਪਹਿਲਾਂ ਜਿਹੜੀ ਪੇਸ਼ਕਾਰੀ ਪੰਜਾਬੀ ਦੇ ਮੁੱਢਲੇ ਵਿਆਕਰਨਕਾਰ ਮਾਸਟਰ ਰਾਮ ਸਿੰਘ ਕਰਦੇ ਨੇ ਆਪਣੇ ਵਿਆਕਰਣ ਦੇ ਭਾਗ ਪਹਿਲੇ ਦੇ ਵਿੱਚ। ਬੜੀ ਪੁਰਾਣੀ ਵਿਆਕਰਣ ਆ ਉਹਨਾਂ ਦੀ, 1924-25 ਦੇ ਗੇੜ ਦੇ ਵਿੱਚ ਉਹ ਕਿਤਾਬ ਛਪੀ ਵੀ ਆ। ਉਹਦੇ ਵਿੱਚ ਉਹਨਾਂ ਨੇ ਇਸ ਗੱਲ ਬਾਰੇ ਸੰਕੇਤ ਦਿੱਤਾ ਹੈਗਾ ਕਿ ਪੰਜਾਬੀ ਦੇ ਵਿੱਚ ਜਿਹੜਾ ਪਲੁੱਤ ਵੀ ਮਿਲਦਾ ਹੈ। ਹੁਣ ਜੇ ਦੇਖਿਆ ਜਾਵੇ ਪੰਜਾਬੀ ਦੇ ਵਿੱਚ ਪਲੁੱਤ ਕਿਸ ਪ੍ਰਕਾਰ ਮਿਲਦਾ ਹੈ, ਹਾਲਾਂਕਿ ਮੈਂ ਕਈ ਵਾਰ ਡਿਸਕਸ ਕੀਤੀ ਹੈ ਸੀਨੀਅਰ ਪ੍ਰੋਫੈਸਰਸ ਦੇ ਨਾਲ ਉਸ ਸੰਦਰਭ ਦੇ ਵਿੱਚ
ਉਹਨਾਂ ਕਹਿਤਾ ਕਿ ਜੀ ਇਹ ਲਮਕਾ ਹੈਗਾ, ਪਰ ਕਿਤੇ ਨਾ ਕਿਤੇ ਮਨ ਨਹੀਂ ਉਸ ਪੱਧਰ ਤੋਂ ਸਾਡਾ ਮੰਨਦਾ ਕਿ ਲਮਕਾ ਹੀ ਹੈ ਜਾਂ ਇਹ ਪਲੁੱਤ ਨੇ। ਇਸ ਬਾਰੇ ਖੋਜ ਦੀ ਖਰ ਜ਼ਰੂਰਤ ਹੈ, ਅੱਗੇ ਫੋਨੈਟਿਕਸ ਦੇ ਪੱਧਰ ਦੇ ਉੱਪਰ ਇਸ ਦੀ ਖੋਜ ਹੋਣੀ ਚਾਹੀਦੀ ਹੈਗੀ ਹੈ। ਤੋ ਜਿਵੇਂ ਅਸੀਂ ਕਹਿੰਦੇ ਆ ਕਿ ਜਿਵੇਂ ਦੇਖੋ ਕਿ ਜੀ, ਹੁਣ ਮੈਂ ਜੀ ਲਿਖਿਆ ਹੈਗਾ ਇੱਥੇ, ਹੁਣ ਜੀ ਦੇ ਵਿੱਚ ਜਿਹੜਾ ਦੋ ਮਾਤਰਾਵਾਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ। ਇੱਕ ਗੱਲ ਯਾਦ ਤੁਸੀਂ ਇਹ ਰੱਖਣੀ ਹੈਗੀ ਆ ਕਿ ਜਿਹੜੀਆਂ ਦੀਰਘ ਮਾਤਰਾਵਾਂ ਹੁੰਦੀਆਂ ਨੇ ਉਹਨਾਂ ਨੂੰ ਦੋ ਮਾਤਰਾ ਦੇ ਵਿੱਚ ਕਾਊਂਟ ਕੀਤਾ ਜਾਂਦਾ। ਮੈਂ ਜਿਵੇਂ ਪਹਿਲਾਂ ਦੱਸ ਚੁੱਕਿਆ ਤੁਹਾਨੂੰ, ਦੀਰਘ ਨੂੰ ਦੋ ਮਾਤਰਿਕ ਜਿਹੜਾ ਮੰਨਿਆ ਜਾਂਦਾ, ਇਹਨੂੰ ਦੋ ਮਾਤਰਾ ਮੰਨੀਆਂ ਜਾਂਦੀਆਂ, ਡਬਲ ਜਿਹੜੀ ਮਾਤਰਾ ਮੰਨੀ ਜਾਂਦੀ ਹੈਗੀ ਇਹਦੀ। ਹੁਣ ਜੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਵੇਂ ਜੇ ਅਸੀਂ ਇਹਨੂੰ ਤੋੜ ਦਈਏ ਤਾਂ ਜੀ ਜ ਪਲੱਸ ਈ, ਜਿਹੜਾ ਈ ਹੈ ਦੋ ਮਾਤਰਿਕ ਹੈ, ਦੋ ਮਾਤਰਿਕ ਹੈ। ਤਾਂ ਜੀ ਸ਼ਬਦ ਜਿਹੜਾ ਹੈਗਾ ਤੁਹਾਡਾ, ਤੁਸੀਂ ਕਿਸੇ ਨੂੰ ਆਦਰ ਵਾਸਤੇ ਪੰਜਾਬੀ ਚ ਵਰਤਦੇ ਹੋ। ਹਾਂਜੀ ਆਓ ਜੀ ਬੈਠੋ, ਜੀ ਆਇਆਂ ਨੂੰ, ਹੋਰ ਸੁਣਾਓ ਜੀ। ਤਾਂ ਜਦੋਂ ਤੁਸੀਂ ਆਦਰ ਬੋਧਕ ਸ਼ਬਦ ਜਦੋਂ ਵਰਤਦੇ ਹੋ ਉਦੋਂ ਤੁਸੀਂ ਜੀ ਨੂੰ ਨਾਲ ਵਿਸ਼ੇਸ਼ਣ ਨੂੰ ਇਸ ਨੂੰ ਜੋੜਦੇ ਹੋ, ਸੌਰੀ ਆਦਰ ਬੋਧਕ ਸ਼ਬਦ ਨੂੰ ਜੋੜ ਦਿੰਦੇ ਹੋ। ਤਾਂ ਜੇਕਰ ਗੁਰਬਾਣੀ ਵਿੱਚ ਆਉਂਦਾ ਹੈ, ਜਿਹੜਾ ਗੁਰਬਾਣੀ ਦੇ ਵਿੱਚ ਸਭਨਾ ਜੀਆਂ ਕਾ ਇੱਕ ਦਾਤਾ, ਹੁਣ ਜੋ ਜੀ ਗੁਰਬਾਣੀ ਦਾ ਹੈ, ਹੁਣ ਜਦੋਂ ਗੁਰਬਾਣੀ ਵਿੱਚ ਜੀ ਆਉਂਦਾ ਹੈਗਾ ਤੇ ਉਹ ਐਉਂ ਲਿਖਦੇ ਨੇ, ਇਉਂ ਕਰਕੇ ਆ ਜੀ ਤੇ ਆ ਜੀ, ਭਾਵੇਂ ਗੁਰਬਾਣੀ ਦੇ ਸੰਦਰਭ ਵਿੱਚ ਵੀ ਅਸੀਂ ਨਾ ਜਾਈਏ, ਜਿਵੇਂ ਅਸੀਂ ਆਮ ਕਹਿ ਦਿੰਦੇ ਹੈਗੇ ਆ ਕਿ ਜੀ ਅੱਜ ਮੇਰਾ ਜੀ ਨਹੀਂ ਲੱਗਦਾ, ਮੇਰਾ ਜੀ ਉਦਾਸ ਹੈ। ਉਹ ਦੋ ਜੀ ਸਨ, ਰੱਬ ਨੇ ਉਹਨਾਂ ਨੂੰ ਇੱਕ ਜੀ ਦੇਤਾ। ਤੋ ਜਿਹੜਾ ਜੀ ਹੈ ਉਹਦੇ ਵਿੱਚ ਜਿਹੜਾ ਉਹ ਜੀ ਹੈ ਤੇ ਆ ਜੀ ਹੈ, ਇਹਨਾਂ ਦੇ ਵਿਚਕਾਰ ਅੰਤਰ ਹੈ। ਇਹ ਆਦਰ ਬੋਧਕ ਹੈ, ਔਰ ਜਿਹੜਾ ਇਹ ਜੀ ਹੈ ਇਹ ਕਿਸੇ ਪ੍ਰਾਣੀ ਦੀ, ਹੋਰ ਪ੍ਰਾਣੀ ਦੀ, ਕਿਸੇ ਮਨੁੱਖ ਦੀ ਜਿਹੜਾ ਹੈਗਾ ਉਹ ਅਭਿਵਿਅੰਜਨਾ ਕਰਦਾ ਹੈ, ਉਹਨੂੰ ਵਿਅਕਤ ਕਰਦਾ ਹੈਗਾ। ਤੇ ਜਦੋਂ ਅਸੀਂ ਇਹਨੂੰ ਤੋੜ ਕੇ ਵੇਖਦੇ ਹਾਂ, ਜਿੱਥੇ ਇਹਨੂੰ ਦੋ ਮਾਤਰਿਕ ਸੀਗਾ, ਆਹ ਦੁਮਾਤਰਿਕ ਸੀ, ਜਦੋਂ ਅਸੀਂ ਇਹਨੂੰ ਦੇਖਦੇ, ਕਿਉਂਕਿ ਆਹ ਮੁਕਤਾ ਜਿਹੜਾ ਹੈਗਾ ਇੱਕ ਮਾਤਰਾ ਦੇ ਵਿੱਚ ਗਿਣਿਆ ਜਾਂਦਾ ਹੈ। ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਇਹ ਲਘੂ ਹੈ ਔਰ ਇੱਕ ਮਾਤਰਾ ਦੇ ਵਿੱਚ ਇਹਨੂੰ ਗਿਣਿਆ ਜਾਂਦਾ ਹੈਗਾ। ਤੋ ਜਿਹੜਾ ਆ ਜੀ ਹੈ, ਜਦੋਂ ਅਸੀਂ ਇਹਨੂੰ ਤੋੜਾਂਗੇ, ਜ ਪਲੱਸ ਈ ਪਲੱਸ ਆ, तो फिर ये की बन गया दो मात्रिक प्लस एक मात्रिक बराबर तीन मात्रिक। हुण ये तीन मात्रिक बन गया इत्थे, ते की पलुत्त बन गया हैगा। यही नहीं, होर बहुत बहुत सारे शब्द इहो जिहे हैगे ने, जिवें उदाहरण वजों जे असीं गल करिए जिवें समा, हुण समा है तो इहदे विच जिहड़े बनणगे सा प्लस म प्लस आ, ये दो मात्रिक हैगा। ते जे तुसीं लिखो दोगे समा किसी चीज़ विच जज्ब हो जाना, ये तो समा हैगा जो टाइम है दा, तुसीं पर्याय मान लो जां कोई भी कह दो। सो एक हैगा समा किसी चीज़ दे विच जज्ब हो जाना, किसी चीज़ च हल हो जाना, तो वो है समा। ये है सा प्लस म प्लस आ प्लस अ, दो मात्रिक प्लस एक मात्रिक तो तीन मात्रिक हैगा। तो इस प्रकार ਜਿਹੜੇ ਐਵੇਂ ਪਲੁੱਤ ਪੰਜਾਬੀ ਦੇ ਵਿੱਚ ਇਹਨਾਂ ਦੀ ਸਾਰਥਿਕਤਾ ਘਟ ਗਈ ਹੈਗੀ ਆ, ਕਿਉਂਕਿ ਅਜੋਕਾ ਪਾਠਕ ਜਿਹੜਾ ਵਰਗ ਹੈਗਾ ਉਹ ਸੰਸਕ੍ਰਿਤ ਤੋਂ ਤਕਰੀਬਨ ਮੈਂ ਕਹੂੰਗਾ ਕਿ 98% ਵਿਹੂਣਾ ਹੈਗਾ, ਜਿਹਨੂੰ ਸੰਸਕ੍ਰਿਤ ਦੇ ਨਿਯਮਾਂ ਦਾ ਨਹੀਂ ਪਤਾ ਹੈਗਾ, ਸੰਸਕ੍ਰਿਤ ਦੇ ਵਿਧਾਨ ਦਾ ਨਹੀਂ ਪਤਾ ਹੈਗਾ। तो इस करके इन्हां दी जिहड़ी वरतों नूं ओह नहीं कर सकदा। तो इहनूं असीं फिर की साडे आचार्य जिहड़े हुण दे भाषा चिंतक हैगे ने, उन्हां ने इस नूं लमका दा ही नां दे दित्ता हैगा। चलो जो भी होवे, तो किते ना किते देखिया जावे ते पंजाबी विच पलुत्त मिलदे हैगे ने। दूजी गल जो सानूं मुੱਢ दे विच करनी बनदी सीगी कि सानूं पता की लगूगा कि स्वर है, सानूं पछाण की होगी कि स्वर हैगा वा, की इहदी आइडेंटिफिकेशन की है कि स्वर है। तो मेरियो पेई ने लिखा है डिक्शनरी ऑफ लिंग्विस्टिक्स दे विच, लैंग्वेज एंड लिंग्विस्टिक्स दे विच ਜਿਹੜੇ ਸਵਰ ਹੁੰਦੇ ਨੇ ਨਾ, ਜਦੋਂ ਤੁਸੀਂ ਬੋਲਦੇ ਹੋ, ਜਦੋਂ ਤੁਸੀਂ ਆਪਣੇ ਫੇਫੜਿਆਂ ਰਾਹੀਂ, ਆਪਣੇ ਜਿਹੜੇ ਪੌਣ ਧਾਰਾ ਰਾਹੀਂ ਉਹਨਾਂ ਨੂੰ ਉਚਾਰਨ ਕਰਦੇ ਹੋ, ਫੇਫੜਿਆਂ ਵੱਲੋਂ ਆ ਰਹੀ ਜਿਹੜੀ ਪੌਣ ਧਾਰਾ ਹੁੰਦੀ ਹੈ ਤੁਹਾਡੇ ਮੂੰਹ ਪੋਲ ਵਿੱਚ ਦੀ ਬਾਹਰ ਨਿਕਲਦੀ ਹੈ, ਤੇ ਉਹ ਸਵਰਾਂ ਦੇ ਉਚਾਰਨ ਸਮੇਂ ਜਿਹੜੀ ਹੈਗੀ ਹੈ ਬੇਰੋਕ ਗਤੀ ਦੁਆਰਾ ਬਾਹਰ ਕੱਢੀ ਜਾਂਦੀ ਹੈਗੀ ਹੈ। ਜਦੋਂ ਤੁਸੀਂ ਸਵਰ ਨੂੰ ਉਚਾਰਦੇ ਹੋ ਤੇ ਮੂੰਹ ਦੇ ਵਿੱਚ ਜਿਹੜੀ ਹਵਾ ਫੇਫੜਿਆਂ ਵੱਲੋਂ ਆ ਰਹੀ ਹੁੰਦੀ ਹੈ ਉਹਨੂੰ ਕਿਤੇ ਰੋਕਾ ਨਹੀਂ ਪੈਂਦਾ, ਉਹਨੂੰ ਰੋਕ ਨਹੀਂ ਪੈਂਦੀ ਹੈਗੀ। ਇਸ ਕਰਕੇ ਜਿਹੜੇ ਹੈਗੇ ਨੇ ਉਹ ਬੇਰੋਕ ਗਤੀ ਰਾਹੀਂ ਬਾਹਰ ਕੱਢਣ ਵੇਲੇ ਜਿਹੜੇ ਉਚਾਰੇ ਜਾਂਦੇ ਨੇ ਉਹ ਸਵਰ ਹੁੰਦੇ ਨੇ। ਤੇ ਦੂਜੀ ਗੱਲ ਕਿ ਸਵਰ ਸਾਰੇ ਦੇ ਸਾਰੇ ਜਿਹੜੇ ਹੁੰਦੇ ਨੇ ਉਹ ਨਾਦੀ ਹੀ ਹੁੰਦੇ ਨੇ, ਉਹ ਸੰਘੋਸ਼ ਹੁੰਦੇ ਨੇ।
ਮਹਾਪ੍ਰਾਣ ਤੇ ਹੁੰਦੇ ਹੀ ਹੁੰਦੇ ਨੇ, ਨਾਲ ਦੀ ਨਾਲ ਉਹ ਸੰਘੋਸ਼ ਵੀ ਹੁੰਦੇ ਨੇ। ਭਾਵ ਕੀ ਹੈ ਕਿ ਤੁਹਾਡੇ ਵੋਕਲ ਕਾਰਡਸ ਨੇ ਜਿਹੜੇ ਤੁਹਾਡੀਆਂ ਨਾਦ ਤੰਤਰੀਆਂ ਹੈਗੀਆਂ ਨੇ ਉਹਨਾਂ ਵਿੱਚ ਵਾਈਬ੍ਰੇਸ਼ਨ ਹੁੰਦੀ, ਉਹ ਵਾਈਬ੍ਰੇਟ ਹੁੰਦੀਆਂ ਨੇ, ਉਹਨਾਂ ਦੇ ਵਿੱਚ ਘੋਸ਼ਤਾ ਪੈਦਾ ਆ ਜਾਂਦੀ ਹੈਗੀ ਆ। ਤੋ ਇਹ ਉਹਨਾਂ ਦੀ ਪਛਾਣ ਹੈਗੀ ਹੈ। ਦੂਜੀ ਗੱਲ ਕਿ ਹੁਣ ਇਸ ਤੋਂ ਬਾਅਦ ਇਹ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਲਘੂ ਤੇ ਦੀਰਘ ਕੀ ਨੇ। ਹੁਣ ਅਸੀਂ ਗੱਲ ਕਰਾਂਗੇ ਕਿ ਸਵਰ ਜਿਹੜੇ ਕੁੱਲ ਮਿਲਾ ਕੇ ਉਹ 10 ਹੁੰਦੇ ਨੇ। ਸਵਰ ਮਾਤਰਾ ਦੇ ਆਧਾਰ ਦੇ ਉੱਪਰ ਕਿੰਨੇ ਹੁੰਦੇ ਨੇ? 10 ਹੁੰਦੇ ਨੇ। ਹੁਣ ਮਾਤਰਾ ਕੀ ਹੈ? ਮੈਂ ਕਈ ਵਿਆਕਰਣਾਂ ਦੇ ਵਿੱਚ ਵੇਖਿਆ ਹੈਗਾ ਕਿ ਵਿਦਵਾਨ ਅਕਸਰ ਲਿਖਦੇ ਨੇ ਕਿ ਲਗਾ ਮਾਤਰਾ ਦੇ ਆਧਾਰ ਤੇ। ਪਹਿਲੀ ਗੱਲ ਇਹ ਗੱਲ ਧਿਆਨ ਨਾਲ ਆਪਦੇ ਜ਼ਿਹਨ ਦੇ ਵਿੱਚ ਬਿਠਾ ਲਓ ਕਿ ਲਗਾ ਤੇ ਮਾਤਰਾਵਾਂ ਦੇ ਵਿਚਕਾਰ ਫਰਕ ਹੈ। ਮਾਤਰਾ ਦੇ ਆਧਾਰ ਤੇ ਸਵਰ ਜਿਹੜੇ ਹੁੰਦੇ ਨੇ ਉਹ 10 ਪ੍ਰਕਾਰ ਦੇ ਹੁੰਦੇ ਨੇ। ਲਗਾ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਲਗਾ ਤੇ ਅਲੱਗ ਚੀਜ਼ ਹੈ, ਉਹ ਤੇ ਸੁਪਰ ਸੈਗਮੈਂਟਲ ਸਾਊਂਡ ਦੇ ਵਿੱਚ ਕੰਸੀਡਰ ਹੁੰਦੀਆਂ ਹੈਗੀਆਂ ਨੇ, ਉਹ ਤੇ ਖੰਡੀ ਧੁਨੀ ਗ੍ਰਾਮਾਂ ਨੇ, ਉਹਨਾਂ ਦਾ ਲਗਾ ਦਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਤੋਂ ਮਾਤਰਾ ਦੇ ਆਧਾਰ ਤੇ ਇੱਕ ਚੀਜ਼ ਹੋਰ, ਅਕਸਰ ਇਸ ਗੱਲ ਨੂੰ ਮੈਂ ਤਕਰੀਬਨ ਵੱਡੀਆਂ ਉਚੇਰੀਆਂ ਕਲਾਸਾਂ ਵਾਲੇ ਵਿਦਿਆਰਥੀਆਂ ਨਾਲ ਵੀ ਡਿਸਕਸ ਕੀਤੀ, ਉਹਨਾਂ ਤੋਂ ਵੀ ਇਸ ਸੰਦਰਭ ਦੇ ਵਿੱਚ ਮੈਂ ਪੁੱਛਦਾ ਰਿਹਾ ਹੈਗਾ ਪੜ੍ਹਾਉਂਦਿਆਂ ਸਮੇਂ ਕਿ ਤੁਸੀਂ ਮਾਤਰਾ ਦੱਸੋ ਜੀ, ਮਾਤਰਾ ਕੀ ਹੁੰਦੀ ਹੈਗੀ ਆ। ਤੋ ਅਕਸਰ ਇਹ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਕਿ ਜੀ ਮਾਤਰਾ ਕੀ ਹੈ। ਤੋ ਕਹਿ ਦੇਣਗੇ ਜੀ ਜਿਹੜੀ ਬਿਹਾਰੀ ਸਿਹਾਰੀ ਹੈਗੀ ਆ ਉਹ ਮਾਤਰਾ ਹੈ। ਤੋ ਜਿਹੜੀ ਬਿਹਾਰੀ ਸਿਹਾਰੀ ਹੈ ਮਾਤਰਾ, ਜਵਾਬ ਹੁੰਦਾ ਹੈ ਵੀ ਜਿਹੜੀ ਬਿਹਾਰੀ ਸਿਹਾਰੀ ਉਹ ਮਾਤਰਾ ਹੈ। ਕਿ ਬਿਹਾਰੀ ਸਿਹਾਰੀ ਮਾਤਰਾ ਕਿਵੇਂ ਹੋ ਸਕਦੀ ਕਿ ਬਿਹਾਰੀ ਸਿਹਾਰੀ ਜਿਹੜੀ ਮਾਤਰਾ ਉਹ ਕਿਵੇਂ ਹੋ ਸਕਦੀ ਹੈਗੀ, ਉਹ ਕਿਵੇਂ ਮਾਤਰਾ ਹੋ ਗਈ। ਤੋ ਬਿਹਾਰੀ ਸਿਹਾਰੀ ਕੀ ਹੈਗੀ ਆ, ਉਹ ਤੇ ਜਸਟ ਮਾਤਰਾਵਾਂ ਦੇ ਚਿੰਨ ਮਾਤਰ ਨੇ। ਭਾਵ ਕੀ ਨੇ ਕਿ ਉਹ ਮਾਤਰਾ ਦਾ ਇੱਕ ਚਿੰਨ ਨੇ। ਤੁਸੀਂ ਸ਼ਬਦ ਬਣਤਰ ਦੇ ਵਿੱਚ ਜਦੋਂ ਸ਼ਬਦ ਦੀ ਵਿਉਂਤਪਤੀ ਹੁੰਦੀ ਹੈਗੀ ਆ, ਉਹਦਾ ਡੈਰੀਵੇਸ਼ਨ ਹੁੰਦਾ ਹੈਗਾ, ਜਾਂ ਸ਼ਬਦ ਦੀ ਜਿਹੜੀ ਫਾਰਮੇਸ਼ਨ ਹੁੰਦੀ ਹੈਗੀ ਆ, ਉਹਦੇ ਵਿੱਚ ਬਹੁਤੀ ਥਾਈਂ ਸ਼ਬਦ ਦੇ ਸੋਝ ਵਾਸਤੇ ਤੁਸੀਂ ਡਾਇਰੈਕਟ ਸ਼ਬਦ ਨਹੀਂ ਉਹਦੇ ਵਿੱਚ ਯੂਜ਼ ਕਰ ਸਕਦੇ ਵੋਵਲ ਨੂੰ ਚੱਕ ਕੇ। ਤੋ ਜਿਵੇਂ ਹੁਣ ਅਸੀਂ ਵਿੱਚ ਲਿਖਣਾ ਹੈਗਾ, ਤੋ ਤੁਸੀਂ ਐ ਥੋੜੋ ਲਿਖੋਗੇ ਇਹਨੂੰ ਬਾਈ ਐਚ, ਇਹ ਤੇ ਗਲਤ ਹੋ ਗਿਆ। ਇੱਥੇ ਜਿਹੜੀ ਆ ਇਹਦੀ ਅਭਿਵਿਅੰਜਨਾ ਆ ਕਰੂਗੀ ਇੱਥੇ ਵਿੱਚ। ਤੋ ਕੀ ਹੈਗਾ ਹੈ, ਜਿਹੜੀ ਆ ਹੈਗੀ ਹੈ ਇਹਨੂੰ ਅਸੀਂ ਆ ਮੰਨ ਲਿਆ ਹੈ, ਐਸ ਨੂੰ ਅਸੀਂ ਕੇਵਲ ਆ ਮੰਨ ਲਿਆ ਹੈਗਾ। ਇਹ ਇਹਦਾ ਨਿਸ਼ਾਨੀ ਹੈ। ਇਹ ਗੱਲ ਯਾਦ ਰੱਖਣ ਯੋਗ ਹੈਗੀ ਹੈ ਕਿ ਜਿਹੜੀਆਂ ਮਾਤਰਾਵਾਂ ਹੁੰਦੀਆਂ ਨੇ ਉਹ ਸਾਈਨ ਮਾਤਰ ਹੁੰਦੀਆਂ ਨੇ, ਚਿੰਨ ਮਾਤਰ ਹੁੰਦੀਆਂ ਨੇ ਵੋਵਲਸ ਦੇ। ਤੋ ਜਿਵੇਂ ਮੁਕਤਾ ਪੰਜਾਬੀ ਵਿੱਚ ਫਿਰ ਜਿਹੜੀਆਂ ਹੈਗੀਆਂ ਨੇ ਇਹ 10 ਨੇ। ਮੁਕਤਾ, ਬਿਹਾਰੀ, ਸਿਹਾਰੀ, ਲਾਂ, ਦੁਲਾਂ, ਘੋੜਾ, ਕਨੌੜਾ, ਔਂਕੜ, ਦੁਲੈਂਕੜ ਤੇ ਕੰਨਾ। 1 2 3 4 5 6 7 8 9 10 ਮੁਕਤਾ ਇਹਦੇ ਵਿੱਚ ਕੰਸੀਡਰ ਹੁੰਦਾ ਹੈਗਾ। ਤੋ ਇਸ ਪ੍ਰਕਾਰ ਇਹ 10 ਨੇ, ਇਹ ਚਿੰਨ ਮਾਤਰ ਨੇ। ਤੋ ਮਾਤਰਾ ਦਾ ਅਰਥ ਹੈ ਕੁਆਂਟੀਟੀ, ਕਿਸੇ ਚੀਜ਼ ਦੀ ਕੁਆਂਟੀਟੀ। ਤੁਸੀਂ ਵਰਡ ਫਾਰਮੇਸ਼ਨ ਦੇ ਵਿੱਚ ਵੋਵਲਸ ਨੂੰ ਕਿੰਨੀ ਕੁਆਂਟੀਟੀ ਦੇ ਵਿੱਚ ਪਾ ਰਹੇ ਹੋ। ਕੁਆਂਟੀਟੀ ਹੈਗੀ ਹੈ 2 ਤਰ੍ਹਾਂ ਦੀ ਹੈਗੀ ਹੈ ਜਾਂ 3 ਤਰ੍ਹਾਂ ਦੀ। ਜੇ ਤਾਂ 3 ਮਾਤਰਾਵਾਂ ਪਾ ਰਹੇ ਹੋ, ਬਹੁਤ ਜ਼ਿਆਦਾ ਪਾ ਰਹੇ ਹੋ, ਤੇ ਉਹ ਤੁਸੀਂ ਪਲੁੱਤ ਬਣਾ ਰਹੇ ਹੋ ਉੱਥੇ। ਜੇ ਘੱਟ ਮਾਤਰਾ ਦੁਮਾਤਰਕ ਕਰ ਰਹੇ ਹੋ, ਉੱਥੇ ਤੁਹਾਡੀ ਜਿਹੜੀ ਹੈਗੀ ਆ ਫਿਰ ਉਹ 2 ਮਾਤਰਾਵਾਂ ਵਾਲਾ ਹੋ ਜਾਊਗਾ, ਦੀਰਘ ਹੋ ਜਾਊਗਾ। ਜੇ ਤੁਸੀਂ ਬਿਲਕੁਲ ਘੱਟ ਪਾ ਰਹੇ ਹੋ, 1 ਮਾਤਰਾ ਪਾ ਰਹੇ ਹੋ, ਤੇ ਫਿਰ ਜਿਹੜੀ ਹੈਗੀ ਉਹ ਕੀ ਬਣ ਜਾਊਗਾ, ਹਰਸਵ ਬਣ ਜਾਊਗਾ। ਹਰਸਵ ਜਾਂ ਬਣ ਜਾਊਗਾ ਜਾਂ ਲਘੂ ਬਣ ਜਾਊਗਾ। ਤੋ ਇਹ ਜਿਹੜੇ ਚਿੰਨ ਨੇ ਉਹਨਾਂ ਮਾਤਰਾਵਾਂ ਦੇ, ਇਹਦੇ ਵਿੱਚੋਂ ਜਿਹੜਾ ਹੈਗਾ ਮੁਕਤਾ, ਵਿਹਾਰੀ ਤੇ ਔਂਕੜ, ਇਹ ਜਿਹੜੇ ਤਿੰਨੇ ਚਿੰਨ ਨੇ ਇਹ ਲਘੂ ਮਾਤਰਾਵਾਂ ਦੇ ਚਿੰਨ ਨੇ। ਬਾਕੀ ਦੇ ਜਿਹੜੇ ਚਿੰਨ ਨੇ ਉਹ ਦੀਰਘ ਮਾਤਰਾਵਾਂ ਦੇ ਚਿੰਨ ਨੇ। ਸੋ ਸਾਨੂੰ ਇੱਥੇ ਜਿਹੜਾ ਹੈਗਾ, ਇੱਥੋਂ ਤੱਕ ਸਾਨੂੰ ਸਮਝ ਆ ਜਾਣੀ ਚਾਹੀਦੀ ਹੈਗੀ ਹੈ ਕਿ ਮਾਤਰਾ ਕੀ ਹੁੰਦੀ ਹੈਗੀ ਹੈ, ਵੋਵਲ ਕੀ ਹੁੰਦੇ ਨੇ। ਸੋ ਇਹਨਾਂ ਦੇ ਆਧਾਰ ਦੇ ਉੱਪਰ ਹੀ ਤੁਸੀਂ ਜਿਹੜੇ ਵੋਵਲਸ ਨੂੰ 10 ਬਣਾਉਂਦੇ ਹੋ, ਤੁਸੀਂ 10 ਸਵਰ ਮੰਨਦੇ ਹੋ ਇਹਨਾਂ ਦੇ ਆਧਾਰ ਦੇ ਉੱਪਰ ਹੀ। ਸੋ ਇਸ ਪ੍ਰਕਾਰ ਇਹ ਸੀ ਸਾਡੇ ਸਵਰ। ਤੋ ਸਵਰ ਜਿਹੜਾ ਹੈਗਾ ਸ਼ਬਦ ਬਣਤਰ ਦੇ ਵਿੱਚ, ਸ਼ਬਦ ਦੀ ਰਿਲੇਵੈਂਸੀ ਦੇ ਵਿੱਚ, ਉਹ ਰਿਲੇਵੈਂਟ ਤਾਂ ਹੀ ਹੈ ਜੇ ਉਹ ਜੇ ਉਹਦੇ ਵਿੱਚ ਸਵਰ ਹੈਗਾ, ਤਾਂ ਸਵਰ ਦੇ ਨਾਲ ਹੀ ਸ਼ਬਦ ਜਿਹੜੇ ਨਿਰਮਿਤ ਹੁੰਦੇ ਹੈਗੇ ਨੇ। ਤੋ ਦੂਜਾ ਸਾਡਾ ਜਿਹੜਾ ਹੈਗਾ ਵਾ, ਦੂਜਾ ਭਾਗ ਦਾ ਹੈ, ਉਹਦੇ ਵਿੱਚ ਆ ਜਾਂਦੇ ਨੇ ਵਿਅੰਜਨ।
ਵਿਅੰਜਨ ਵਿਅੰਜਨ ਦੇ ਸੰਦਰਭ ਦੇ ਵਿੱਚ ਮੇਰੀ ਭਾਈ ਨੇ ਲਿਖਿਆ ਹੈਗਾ ਕਿ ਸਾਰੇ ਵਿਅੰਜਨ ਜਿਹੜੇ ਹੁੰਦੇ ਨੇ ਉਹ ਸੰਘੋਸ਼ ਵੀ ਹੁੰਦੇ ਨੇ ਤੇ ਅਘੋਸ਼ ਵੀ ਹੁੰਦੇ ਨੇ, ਨਾਦੀ ਵੀ ਹੁੰਦੇ ਨੇ, ਅਨਾਦੀ ਵੀ ਹੁੰਦੇ ਨੇ। ਭਾਵ ਫੇਫੜਿਆਂ ਵੱਲੋਂ ਆ ਰਹੀ ਪੌਣ ਧਾਰਾ ਨੂੰ ਮੂੰਹ ਪੋਲ ਵਿੱਚ ਡੱਕਿਆ ਵੀ ਜਾਂਦਾ ਹੈ, ਰੋਕਾ ਵੀ ਪਾਇਆ ਜਾਂਦਾ ਹੈ ਤੇ ਬੇਰੋਕ ਬਾਹਰ ਵੀ ਕੱਢਿਆ ਜਾਂਦਾ ਹੈਗਾ। ਤੋ ਇਹਦਾ ਬੜਾ ਨਾ ਦਰਅਸਲ ਦੇ ਵਿੱਚ ਆਮ ਪੇਪਰਾਂ ਦੇ ਵਿੱਚ ਇਮਤਿਹਾਨਾਂ ਦੇ ਵਿੱਚ ਵੇਖਿਆ ਜਾਂਦਾ ਕਿ ਬੱਚਿਆਂ ਨੂੰ ਅਕਸਰ ਇਸ ਸੰਦਰਭ ਦੇ ਵਿੱਚ ਬੜੇ ਟਪਲੇ ਲੱਗਦੇ ਨੇ, ਬਹੁਤ ਜ਼ਿਆਦਾ ਟਪਲੇ ਲੱਗਦੇ ਨੇ ਇਸ ਕੰਟੈਕਸਟ ਦੇ ਵਿੱਚ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜੀ ਇਹ ਅਲਪ ਪ੍ਰਾਣ ਕਿਹੜੇ ਨੇ ਤੇ ਮਹਾ ਪ੍ਰਾਣ ਕਿਹੜੇ ਨੇ। ਅੱਜ ਮੈਂ ਤੁਹਾਨੂੰ ਇਹਦਾ ਨਾ ਇੱਕ ਬੜਾ ਸੌਖਾ ਜਿਹਾ ਤਰੀਕਾ ਦੱਸਦਾ ਹੈਗਾ। ਵੈਸੇ ਮੇਰੇ ਉਸਤਾਦ ਡਾਕਟਰ ਬੂਟਾ ਸਿੰਘ ਬਰਾੜ ਕਹਿੰਦੇ ਹੁੰਦੇ ਨੇ ਕਿ ਤੁਸੀਂ ਜਦੋਂ ਮਹਾਪ੍ਰਾਣ ਉਚਾਰਨਾ ਹੁੰਦਾ ਤੇ ਜਿਹੜਾ ਹੱਥ ਦੇ ਉੱਪਰ ਇੱਕ ਕਾਗਜ਼ ਰੱਖ ਲਓ, तो ਜਿਹੜੇ ਉਚਾਰਨ ਸਮੇਂ ਹੱਥ ਤੋਂ ਕਾਗਜ਼ ਉੱਡ ਗਿਆ ਉਹ ਸਮਝ ਲਓ ਕਿ ਉਹ ਮਹਾਪ੍ਰਾਣ ਹੈ, ਜਦੋਂ ਕਾਗਜ਼ ਨਹੀਂ ਉੱਡਿਆ ਤੇ ਉਹ ਅਲਪ ਪ੍ਰਾਣ ਹੈ। ਇਵੇਂ ਤੁਸੀਂ ਨਾਦ ਤੇ ਅਨਾਦ ਨੂੰ ਸਮਝਣ ਵਾਸਤੇ, ਘੋਸ਼ ਜਾਂ ਸੰਘੋਸ਼ ਨੂੰ ਸਮਝਣ ਵਾਸਤੇ ਆਪਣੇ ਜਿਹੜਾ ਹੈਗਾ ਕੰਨ ਬੰਦ ਕਰਕੇ ਸਿਰ ਦੇ ਉੱਪਰ ਹੱਥ ਰੱਖ ਲਓ ਤੇ ਧੁਨੀਆਂ ਦਾ ਉਚਾਰਨ ਕਰੋ, ਭਾਸ਼ਾਈ ਧੁਨੀਆਂ ਦਾ। ਤੇ ਜਦੋਂ ਜਿਹੜੀਆਂ ਧੁਨੀਆਂ ਨਾਲ ਤੁਹਾਡੇ ਗੂੰਜ ਹੱਥ ਦੇ ਵਿੱਚ ਆਊਗੀ ਤੁਸੀਂ ਇਹ ਸਮਝ ਲਓ ਕਿ ਇਹ ਜਿਹੜਾ ਹੈਗਾ ਉਹ ਦੂਜੇ ਨਾਦੀ ਨੇ ਜਾਂ ਅਨਾਦੀ ਨੇ। ਤੋ ਇਹੋ ਜਿਹੀ ਵੰਡ ਜਿਹੜੀ ਹੈਗੀ ਆ ਸਾਡੇ ਗੁਰੂਦੇਵ ਡਾਕਟਰ ਬੂਟਾ ਸਿੰਘ ਬਰਾੜ ਨੇ ਕੀਤੀ ਹੈ। ਤੋ ਬੜੇ ਹੀ ਪ੍ਰੈਕਟੀਕਲ ਤੌਰ ਤੇ ਉਹਨਾਂ ਨੇ ਇਹਦਾ ਜਿਹੜਾ ਅਧਿਐਨ ਪੇਸ਼ ਕੀਤਾ ਹੈਗਾ। ਤੋ ਜਿਹੜੇ ਦੂਸਰੇ ਢੰਗ ਦੇ ਨਾਲ ਹੋਰ ਸੁਖੈਨ ਢੰਗ ਦੇ ਨਾਲ ਜਿਹੜਾ ਹੈਗਾ ਉਹ ਅਸੀਂ ਇਸ ਪ੍ਰਕਾਰ ਇਹਨਾਂ ਨੂੰ ਦੇਖ ਸਕਦੇ ਹਾਂ। ਪਹਿਲਾਂ ਤੇ ਸਾਨੂੰ ਪੰਜਾਬੀ ਦਾ ਅਲਫਾਬੈਟ ਅਸੀਂ ਇੱਥੇ ਲਿਖਾਂਗੇ। ਪੰਜਾਬੀ ਦਾ ਜਿਹੜਾ ਹੈਗਾ ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ਨੰਗਾ, ਚੱਚਾ, ਛੱਛਾ, ਜੱਜਾ, ਝੱਜਾ, ਨੰਨਾ, ਟੈਕਾ, ਠੱਠਾ, ਡੱਡਾ, ਢੱਡਾ, ਨਾਣਾ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਪੱਫਾ, ਬੱਬਾ, ਪੱਬਾ, ਮੰਮਾ, ਯਈਆ, ਰਾਰਾ, ਲੱਲਾ, ਵਾਵਾ, ਪੜਾੜਾ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਸਰਵ ਪ੍ਰਥਮ ਅਸੀਂ ਕੀ ਕਰਨਾ, ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੇ ਵਿੱਚ ਦੇਖਣਾ ਹੈਗਾ ਕਿ ਅਸੀਂ ਇਹਨਾਂ ਨੂੰ ਸ਼ਬਦ ਬਣਾ ਲਿਆ ਪੰਜਾਬੀ ਵਾਲਿਆਂ ਨੇ ਖਾਸ ਕਰਕੇ। ਤੋ ਇਹ ਸ਼ਬਦ ਨਹੀਂ ਹੈਗੇ, ਤੁਸੀਂ ਕੱਕਾ ਆਪਦੀ ਸਹੂਲੀਅਤ ਵਾਸਤੇ ਇਹਨੂੰ ਕੱਕਾ ਕਹਿ ਰਹੇ ਹੋ। ਇਹ ਕੱਕਾ ਤੁਸੀਂ ਸਹੂਲੀਅਤ ਨੂੰ ਕੱਕਾ ਕਹਿ ਲਿਆ, ਬਸ ਠੀਕ ਹੈ ਕੱਕਾ, ਪਰ ਇਹ ਅਸਲੀਅਤ ਦੇ ਵਿੱਚ ਕ ਦੀ ਅਭਿਵਿਅੰਜਨਾ ਕਰਦਾ ਹੈਗਾ, ਜਿਹੜਾ ਕ ਹੈ। ਕਈ ਮਿੱਤਰ ਇਸ ਕਰਕੇ ਵੀ ਮੈਨੂੰ ਅਕਸਰ ਕਹਿੰਦੇ ਕਿ ਤੁਸੀਂ ਹਿੰਦੀਵਾਦੀ ਹੋ, ਤੁਸੀਂ ਹਿੰਦੀ ਨੂੰ ਜਿਹੜਾ ਬੜਾਵਾ ਦੇ ਰਹੇ ਹੋ। ਹਿੰਦੀ ਨੂੰ ਜਾਂ ਮੈਂ ਸੰਸਕ੍ਰਿਤ ਨੂੰ ਇੱਥੇ ਬੜਾਵਾ ਨਹੀਂ ਦੇ ਰਿਹਾ ਹੈਗਾ। ਤੋ ਹਿੰਦੀ ਦੇ ਨਾਲੋਂ ਤੇ ਪੰਜਾਬੀ ਜ਼ਿਆਦਾ ਨਜ਼ਦੀਕ ਹੈ ਸੰਸਕ੍ਰਿਤ ਦੇ। ਸੰਸਕ੍ਰਿਤ ਤੇ ਬੜੀ ਨਜ਼ਦੀਕ ਹੈ ਪੰਜਾਬੀ ਦੇ, ਹਿੰਦੀ ਤੇ ਕੁਝ ਵੀ ਨਹੀਂ ਉਸ ਦੇ ਮੁਕਾਬਲੇ। ਜੇ ਗੱਲ ਕਰੀਏ ਮੈਨੂੰ ਲੱਗਦਾ ਕਿ ਜੇ ਅਸੀਂ ਉਸ ਕੰਟੈਕਸਟ ਦੇ ਵਿੱਚ ਵੇਖਣਾ ਹੋਵੇ ਤਾਂ ਪੰਜਾਬੀ ਤਾਂ ਇੰਨੀ ਨਜ਼ਦੀਕ ਹੈ ਸੰਸਕ੍ਰਿਤ ਦੇ, ਤੁਸੀਂ ਕਹੋਗੇ ਕਿ ਇਹ ਤੇ ਸੰਸਕ੍ਰਿਤ ਹੀ ਹੈ। ਡਾਕਟਰ ਕਪਿਲ ਕਪੂਰ ਨੇ ਇਸੇ ਕਰਕੇ ਜਿਹੜਾ ਹੈਗਾ ਕਿਹਾ ਹੈਗਾ ਕਿ ਜਿਹੜੀ ਅਜੋਕੀ ਪੰਜਾਬੀ ਹੈ ਉਹ ਪਾਣਨੀ ਦੇ ਸਮੇਂ ਦੀ ਸੰਸਕ੍ਰਿਤ ਸੀ। ਤੋ ਇਹ ਇਤਿਹਾਸਕਾਰੀ ਨਾਲ ਖੈਰ ਸੰਬੰਧਿਤ ਹੈ ਗੱਲ, ਇਹ ਤਾਂ ਇਸ ਕੰਟੈਕਸਟ ਦੇ ਵਿੱਚ ਨਹੀਂ ਮੈਂ ਜਾਊਂਗਾ ਇੱਥੇ। ਤੋ ਪੰਜਾਬੀ ਦੇ ਬੜੀ ਨੇੜੇ ਹੈਗੀ ਸੰਸਕ੍ਰਿਤ। ਤੋ ਸੰਸਕ੍ਰਿਤ ਦੀਆਂ ਧੁਨੀਆਂ ਤੋਂ ਹੀ ਹਿੰਦੀ ਦੀਆਂ ਬਣੀਆਂ ਨੇ, ਪੰਜਾਬੀ ਦੀਆਂ ਬਣੀਆਂ ਨੇ, ਹੋਰ ਆਰੀਅਨ ਭਾਸ਼ਾਵਾਂ ਨੇ ਜਿਹੜੀਆਂ ਉਹਨਾਂ ਦੀਆਂ ਧੁਨੀਆਂ ਉਤਪੰਨ ਹੋਈਆਂ ਹੈਗੀਆਂ। ਤੋ ਇਹਦੇ ਵਿੱਚ ਕੀ ਹੈਗਾ, ਅਸੀਂ ਇਹਨੂੰ ਕ ਖ ਤੁਸੀਂ ਕਹਿ ਸਕਦੇ ਹੋ, ਪਰ ਮੈਂ ਤਾਂ ਕਹਿ ਰਿਹਾ ਇਹ ਗੱਲ ਕਿਉਂਕਿ ਜਿਹੜੇ ਆਹ ਦੋ ਨੇ ਨਾ, ਆਹ ਜਿਹੜੇ ਅੱਖਰ ਇਹ ਦੋ ਅੱਖਰਾਂ ਨੂੰ ਉਚਾਰਨ ਵੇਲੇ ਅਕਸਰ ਬੜੀ ਵਿਡੰਬਨਾ ਆਉਂਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸੁਰਜੀਤ ਸਿੰਘ ਜੀ ਅਕਸਰ ਕਹਿੰਦੇ ਨੇ ਕਿ ਅਸੀਂ ਜਦੋਂ ਇੰਟਰਵਿਊਜ਼ ਵਗੈਰਾ ਤੇ ਜਾਈਦਾ ਹੈਗਾ ਤੇ ਕੈਂਡੀਡੇਟ ਨੂੰ ਇਹ ਪੁੱਛ ਲਈਦਾ ਜੀ ਆਹ ਦੱਸੋ ਇਹਦਾ ਉਚਾਰਨ ਕੀ ਹੈ, ਤਾਂ ਫਿਰ ਅਗਲਾ ਮੂੰਹ ਵੱਲੀ ਦੇਖਦਾ, ਇਹਦਾ ਸਹੀ ਉਚਾਰਨ ਨਹੀਂ ਕਰਨਾ ਆਉਂਦਾ। ਕੋਈ ਇੰਨਾ ਕਹਿੰਦਾ, ਕੋਈ ਗੰਗਾ ਕਹਿੰਦਾ, ਕੋਈ ਗੰਨਾ ਕਹਿੰਦਾ, ਕੋਈ ਕੁਛ ਕਹਿੰਦਾ ਹੈਗਾ। ਤੋ ਅਸਲ ਇਹਦਾ ਉਚਾਰਨ ਹੈ ਜਿਹੜਾ ਉੱਪਰ ਵਾਲਾ ਉਹ ਹੈ ङ। ਤੁਸੀਂ ඤ ਚ ਨਾ ਪਾਓ, ਇੰਨੇ ਚ ਨਾ ਪਾਓ, ਇਹ ਹੈ ङ। ਤੁਹਾਡੀ ਜ਼ੁਬਾਨ ਜਿਹੜੀ ਹੈਗੀ ਆ, ਜ਼ੁਬਾਨ ਦਾ ਪਿਛਲਾ ਪਾਸਾ ਉੱਪਰ ਕੋਮਲ ਤਾਲੂ ਦੇ ਨਾਲ ਛੋਹਣਾ ਚਾਹੀਦਾ ਹੈਗਾ, ਉਹ ਹੈ ङ, ਇਹ ਹੈ ñ। ਇਸ ਕਰਕੇ ñ ਤੇ ङ ਤੁਸੀਂ ਇਹਨਾਂ ਦਾ ਉਚਾਰਨ ਕਰਨਾ ਹੈਗਾ। ਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਨਾਦੀ ਅਲਪ ਪ੍ਰਾਣ। ਕੱਕਾ ਤੋਂ ਲੈ ਕੇ ਪੱਪਾ ਤੱਕ ਦੀਆਂ ਜਿਹੜੀਆਂ ਧੁਨੀਆਂ ਨੇ ਇਹ ਨੇ ਅਨਾਦੀ ਅਲਪ ਪ੍ਰਾਣ। ਅਲਪ ਪ੍ਰਾਣ, ਨਾ ਤੇ ਕੋਈ ਗੂੰਜ ਪੈਦਾ ਹੁੰਦੀ ਹੈ ਇਹਨਾਂ ਨੂੰ ਬੋਲਦਿਆਂ ਤੇ ਨਾ ਹੀ ਸਵਾਸ ਦੀ ਮਾਤਰਾ ਬਾਹਰ ਨਿਕਲਦੀ ਹੈਗੀ ਹੈ।
ਖੱਖਾ ਤੋਂ ਫੱਫਾ ਤੱਕ ਇਹ ਨੇ ਅਨਾਦੀ ਮਹਾਪ੍ਰਾਣ। ਹੁਣ ਇਹਦੇ ਚ ਮਹਾਪ੍ਰਾਣਤਾ ਤਾਂ ਹੈਗੀ ਆ, ਹਵਾ ਤਾਂ ਪੂਰੀ ਬਾਹਰ ਨਿਕਲਦੀ ਮੂੰਹ ਚੋਂ, ਪਰ ਨਾਦ ਪੈਦਾ ਕੋਈ ਨਹੀਂ ਹੁੰਦਾ, ਗੂੰਜ ਪੈਦਾ ਕੋਈ ਨਹੀਂ ਹੁੰਦੀ ਇਹਨਾਂ ਨੂੰ ਉਚਾਰਨ ਵੇਲੇ। ਤੀਸਰੀਆਂ ਧੁਨੀਆਂ ਜਿਹੜੀਆਂ ਹੈਗੀਆਂ ਨੇ ਉਹ ਨੇ ਸਾਡੇ ਕੋਲ ਗੱਗਾ ਤੋਂ ਬੱਬਾ ਤੱਕ ਨਾਦੀ ਅਲਪ ਪ੍ਰਾਣ। ਨਾਦੀ ਅਲਪ ਪ੍ਰਾਣ ਦੇ ਵਿੱਚ ਕੀ ਹੈਗਾ ਵੀ ਨਾਦ ਤਾਂ ਪੈਦਾ ਹੁੰਦਾ ਹੈ, ਗੂੰਜ ਤਾਂ ਪੈਦਾ ਹੁੰਦੀ ਹੈ, ਘੋਸ਼ਤਾ ਤਾਂ ਪੈਦਾ ਹੁੰਦੀ ਹੈਗੀ ਹੈ, ਤੇ ਪਰ ਹਵਾ ਪੂਰੀ ਬਾਹਰ ਨਹੀਂ ਜਾਂਦੀ। ਉਚਾਰ ਕੇ ਵੇਖ ਲਓ ਇਹਨਾਂ ਨੂੰ। ਤੀਸਰੀ ਪ੍ਰਕਾਰ ਦੀਆਂ ਜਿਹੜੀਆਂ ਧੁਨੀਆਂ ਹੈਗੀਆਂ ਨੇ ਜਿਹੜੀਆਂ ਸਵਰ ਦੇ ਨਾਲ ਯੂਜ਼ ਕੀਤੀਆਂ ਜਾਂਦੀਆਂ ਨੇ ਜਾਂ ਸਵਰ ਦੇ ਥਾਂ ਤੇ ਤੁਸੀਂ ਇਹਨਾਂ ਨੂੰ ਅੰਕਿਤ ਕਰਦੇ ਹੋ, ਉਹ ਨੇ ਨਾਦੀ ਮਹਾਪ੍ਰਾਣ। ਆ ਇਹਨਾਂ ਦੀ ਕਿਸਮ ਹੈਗੀ ਆ। ਇਹਨਾਂ ਵਿੱਚ ਮਹਾਪ੍ਰਾਣਤਾ ਵੀ ਹੈ ਔਰ ਹਵਾ ਵੀ ਨਾਦ ਵੀ ਜਿਹੜਾ ਹੈਗਾ ਖੜਕ, ਇਹਨਾਂ ਦੀ ਆਵਾਜ਼ ਵੀ ਖੜਕ ਵੀ ਹੈ। ਤੁਹਾਡੇ ਵੋਕਲ ਕਾਰਡਸ ਨੇ ਜਿਹੜੀਆਂ ਨਾਦ ਤੰਤਰੀਆਂ ਹੈਗੀਆਂ ਨੇ ਉਹਨਾਂ ਵਿੱਚ ਗੂੰਜ ਵੀ ਪੈਦਾ ਹੁੰਦੀ ਹੈਗੀ। ਤੋਂ ਇਹਨਾਂ ਦੀ ਕਿਸਮ ਹੈਗੀ ਹੈ। ਦੂਸਰੀ ਕਿਸਮ ਦੀਆਂ ਲਾਸਟ ਦੀ ਜਿਹੜੀ ਕਿਸਮ ਹੈਗੀ ਇਹਨਾਂ ਦੇ ਵਿੱਚੋਂ ਇੱਥੋਂ ਤੱਕ ਦੀਆਂ ਜੇ ਧੁਨੀਆਂ ਹੈਗੀਆਂ ਨੇ ਇਹਨਾਂ ਨੂੰ ਕਹਿੰਦੇ ਨੇ ਨਾਸਕੀ ਵਿਅੰਜਨ। ਪਾਣਨੀ ਨੇ ਬੜੀ ਹੀ ਜੇ ਇਹਦਾ ਬਣਤਰ ਇਸ ਪ੍ਰਕਾਰ ਹੈ ਨਾ ਅਲਫਾਬੈਟ ਦੀ, ਇਸ ਦੀ ਅਕਾਤੇ ਜਾਂ ਆਪਣੀ ਆਵਾਜ਼ ਸਨੇਹ ਪ੍ਰਤੀ ਸ਼ਾਖਿਆ ਦੇ 18ਵੇਂ ਅਧਿਆਏ ਦੇ ਵਿੱਚ ਵੰਡ ਹੈ ਇਹਨਾਂ ਦੀ ਮਿਲਦੀ ਜਿਹੜੀ ਇਸ ਪ੍ਰਕਾਰ ਦੀ ਹੈ, ਉਵੇਂ ਹੀ ਤੁਰੀ ਆ ਰਹੀ ਹੈ ਉਸ ਵੇਲੇ ਤੋਂ ਜੇ ਕਿਸੇ ਨੇ ਵਿਦਵਾਨ ਨੇ ਇਹਦੀ ਵੰਡ ਕੀਤੀ ਹੈ ਤਾਂ ਪਿੱਛੇ ਰੀਜ਼ਨ ਹੈ। ਪਾਣਨੀ ਨੂੰ ਦੋ ਪੱਖਾਂ ਤੋਂ ਵਿਚਾਰਦਾ ਹੈਗਾ। ਜਿਹੜੀ ਪ੍ਰਕਾਰ ਦੀ ਹੁਣ ਵੰਡ ਕੀਤੀ ਹੈ ਅਸੀਂ ਇਹਨੂੰ ਕਹਿੰਦੇ ਨੇ ਉਚਾਰਨ ਪ੍ਰਯਤਨ। ਉਚਾਰਨ ਪ੍ਰਯਤਨ, ਜਦੋਂ ਤੁਸੀਂ ਉਚਾਰਨ ਵਾਸਤੇ ਪ੍ਰਯਤਨ ਕਰਦੇ ਹੋ, ਯਤਨ ਕਰਦੇ ਹੋ, ਐਫਰਟਸ ਕਰਦੇ ਹੋ ਧੁਨੀ ਨੂੰ ਬੋਲਣ ਦਾ, ਤੇ ਉਸ ਪ੍ਰਕਾਰ ਦੀ ਜਿਹੜੀ ਵੰਡ ਹੈ ਪਾਣਨੀ ਉਹਨੂੰ ਉਚਾਰਨ ਪ੍ਰਯਤਨ ਕਹਿੰਦਾ ਹੈਗਾ। ਔਰ ਜਿਹੜੀਆਂ ਧੁਨੀਆਂ ਉਚਾਰਨ ਪ੍ਰਯਤਨ ਦੇ ਆਧਾਰ ਦੇ ਵਿੱਚ ਨਹੀਂ ਉਹਦੇ ਕੈਟਾਗਰੀਜ਼ ਦੇ ਵਿੱਚ ਆਉਂਦੀਆਂ, ਉਸ ਸਿਧਾਂਤ ਦੇ ਅੰਤਰਗਤ ਨਹੀਂ ਆਉਂਦੀਆਂ, ਉਸ ਸਿਧਾਂਤ ਤੋਂ ਬਾਹਰ ਚਲੀਆਂ ਜਾਂਦੀਆਂ ਨੇ, ਉਹਨਾਂ ਨੂੰ ਫਿਰ ਪਾਣਨੀ ਨੇ ਵੰਡਿਆ ਹੈਗਾ ਉਚਾਰਨ ਸਥਾਨ ਦੇ ਆਧਾਰ ਦੇ ਉੱਪਰ। ਉਚਾਰਨ ਸਥਾਨ। ਹੁਣ ਜੇ ਉਚਾਰਨ ਸਥਾਨ ਦੀ ਗੱਲ ਕਰੀਏ ਤੇ ਉਚਾਰਨ ਸਥਾਨ ਦੇ ਆਧਾਰ ਦੇ ਉੱਪਰ ਜਿਹੜੀ ਸਾਡੀ ਹਾਹਾ ਧੁਨੀ ਇਹਨਾਂ ਦੇ ਵਿੱਚੋਂ ਹੈਗੀ ਹੈ ਇਹ ਸੁਰ ਯੰਤਰੀ ਧੁਨੀ ਬਣਦੀ ਹੈ। ਜਿਹੜੀ ਸੱਸਾ ਹੈਗੀ ਹੈ ਇਹ ਦੰਤ ਬੁੱਟੀ ਧੁਨੀ ਹੈ। ਦੰਤ ਬੁੱਟੀ ਤੋਂ ਭਾਵ ਹੁੰਦਾ ਕਿ ਤੁਹਾਡਾ ਦੰਦ ਜੀਭ ਤੁਹਾਡੀ ਦੰਦ ਪਿਛਲੇ ਪਾਸੇ ਦੰਤ ਪਠਾਰ ਤੇ ਦੰਤਾਂ ਦੇ ਨਾਲ ਛੋਹਦੀ ਹੈਗੀ ਜਾ ਕਰਕੇ, ਇਸ ਕਰਕੇ ਦੰਤ ਬੁੱਟੀ ਹੈ। ਉਚਾਰਨ ਸਥਾਨ ਦੇ ਆਧਾਰ ਦੇ ਉੱਪਰ, ਕਿਉਂ ਜਿੱਥੇ ਉਚਾਰਕ ਹੁੰਦੀ ਜੀਭ, ਤੇ ਉਚਾਰਨ ਸਥਾਨ ਹੁੰਦਾ ਜਿੱਥੇ ਜਾ ਕੇ ਉਹ ਛੋਹਦੀ ਹੈਗੀ ਆ, ਜਿੱਥੋਂ ਧੁਨੀ ਉਤਪੰਨ ਹੁੰਦੀ ਹੈ, ਨਿਸ਼ਪਤ ਹੁੰਦੀ ਹੈਗੀ ਆ, ਤਾਂ ਉਸ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ। ਤਾਂ ਉਚਾਰਨ ਸਥਾਨ ਦੇ ਆਧਾਰ ਦੇ ਉੱਪਰ ਜਿਹੜੀਆਂ ਇਹ ਧੁਨੀਆਂ ਹੁਣ ਅਸੀਂ ਵੰਡਾਂਗੇ, ਦੋ ਅਸੀਂ ਉੱਪਰ ਦੱਸੀਆਂ ਹੈਗੀਆਂ। ਤੋਂ ਇਹਨਾਂ ਦੇ ਵਿੱਚੋਂ ਜਿਹੜੀ ਕੱਕਾ ਤੋਂ ਖੱਖਾ ਤੱਕ ਹੈਗੀ ਹੈ, ਗੰਗਾ ਤੱਕ ਹੈਗੀ ਹੈ, ਇਹ ਕੰਠੀ ਧੁਨੀਆਂ ਨੇ। ਕੰਠੀ। ਚੱਚਾ ਤੋਂ ਨਈਆਂ ਤੱਕ ਦੀਆਂ ਜਿਹੜੀਆਂ ਹੈਗੀਆਂ ਨੇ ਇਹ ਤਾਲਵੀ ਨੇ। ਟੈਕਾ ਤੋਂ ਅਣਾਣਾ ਤੱਕ ਦੀਆਂ ਜਿਹੜੀਆਂ ਹੈਗੀਆਂ ਨੇ ਇਹ ਮੂਰਧਨੀ ਨੇ। ਤੱਤਾ ਤੋਂ ਜਿਹੜਾ ਹੈਗਾ ਨੰਨਾ ਤੱਕ ਦੀਆਂ ਧੁਨੀਆਂ ਇਹ ਨੇ ਦੰਤੀ। ਪੱਪਾ ਤੋਂ ਜਿਹੜੀਆਂ ਹੈਗੀਆਂ ਮੰਮਾ ਤੱਕ ਦੀਆਂ ਧੁਨੀਆਂ ਨੇ ਇਹ ਹੋਠੀ ਹੈ। ਹੋਠੀ ਭਾਵ ਬੁੱਲਾਂ ਨਾਲ ਉਚਾਰੀਆਂ ਜਾਂਦੀਆਂ ਨੇ। ਯਈਆ ਜਿਹੜਾ ਹੈਗਾ ਯ, ਇਹ ਕੰਠੀ ਵੀ ਹੈਗਾ ਔਰ ਨਾਲ ਦੀ ਨਾਲ ਅਰਧ ਸਵਰ ਵੀ ਹੈਗਾ। ਇਹ ਕੰਠੀ ਵੀ ਹੈ, ਅਰਧ ਸਵਰ ਵੀ ਹੈ। ਰਾਰਾ ਜਿਹੜਾ ਹੈਗਾ ਇਹ ਵਾਈਬ੍ਰੇਟ ਸਾਊਂਡ ਹੈਗਾ। ਇਹ ਵਾਈਬ੍ਰੇਟ ਜਿਹੜੀ ਭਾਵ ਕੀ ਹੈਗਾ ਕਿ ਤੁਹਾਡੀ ਜ਼ੁਬਾਨ ਜਿਹੜੀ ਕੰਬਦੀ ਹੈ ਨੂੰ ਉਚਾਰਨ ਵੇਲੇ। ਰਾ ਇਹ ਕੀ ਹੈ? ਕਾਂਬਵਾ ਵਿਅੰਜਨ ਹੈ। ਕਾਂਬਵਾ। ਉਸ ਤੋਂ ਬਾਅਦ ਲੱਲਾ ਜਿਹੜਾ ਹੈਗਾ ਇਹ ਪਾਰਸ਼ਵਿਕ ਹੈ। ਪਾਰਸ਼ਵਿਕ ਉਹ ਹੁੰਦਾ ਜ਼ੁਬਾਨ ਤੁਹਾਡੀ ਅੱਗੋਂ ਚਲੀ ਜਾਂਦੀ ਹੈ ਲ, ਤੇ ਜ਼ੁਬਾਨ ਦੇ ਦੋਵਾਂ ਪਾਸਿਆਂ ਦੀ ਹਵਾ ਜਿਹੜੀ ਬਾਹਰ ਨਿਕਲਦੀ ਹੈਗੀ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵਾਵਾ ਹੈਗਾ ਇਹ ਦੰਤ ਹੋਠੀ ਹੈ। ਵਾਵਾ ਕੀ ਹੈਗਾ? ਦੰਤ ਹੋਠੀ। ਵਾਹ। ਨਾਲ ਦੀ ਨਾਲ ਇਹ ਅਰਧ ਸਵਰ ਵੀ ਹੈਗਾ। ਉਸ ਤੋਂ ਬਾਅਦ ਵਿੱਚ ਆ ਗਿਆ ੜਾੜਾ। ਇਹ ਕੀ ਹੈ? ਫੜਕਵਾਂ ਤੁਸੀਂ ਫੜਕਦੀ ਹੈਗੀ ਹੈ ਤੁਹਾਡੀ ਜਿਹੜੀ ਹੈਗੀ ਹੈ ਨਾ ਜ਼ੁਬਾਨ ਹੈ, ਉਹਦੇ ਵਿੱਚ ਜਿਹੜਾ ਹੈਗਾ ਇੱਕ ਪ੍ਰਕਾਰ ਦੀ ਫੜਕਣਾ ਆ ਜਾਂਦੀ ਜਦੋਂ ਤੁਸੀਂ ਇਹਨੂੰ ਬੋਲਦੇ ਹੋ ੜਾ। ਤੋਂ ਇਸ ਪ੍ਰਕਾਰ ਜਿਹੜੀ ਧੁਨੀਆਂ ਦੀ ਵੰਡ ਹੈਗੀ ਅਸੀਂ ਕਰ ਸਕਦੇ ਹੈਗੇ ਉਚਾਰਨ ਸਥਾਨ ਦੇ ਆਧਾਰ ਦੇ ਉੱਪਰ ਔਰ ਉਚਾਰਨ ਪ੍ਰਯਤਨ ਦੇ ਆਧਾਰ ਦੇ ਉੱਪਰ। ਇਹ ਸਾਡੀ ਵਿਅੰਜਨ ਵੰਡ ਹੈਗੀ ਹੈ, ਵਿਅੰਜਨਾਂ ਦੀ ਵੰਡ ਹੈਗੀ ਹੈ।
ਤਾਂ ਇਹਦੇ ਵਿੱਚ ਇੱਕ ਹੋਰ ਅਹਿਮੀਅਤ ਵਾਲੀ ਗੱਲ ਹੈਗੀ ਆ ਕਿ ਇਹ ਸਾਰੀਆਂ ਨਾਸਕੀ ਨੇ ਪੰਜਾਬੀ ਦੇ ਵਿੱਚ 5 ਨਾਸਕੀ ਸਾਊਂਡ ਨੇ। ਨੰਗਾ, ਨੰਨਾ, ਨਾਣਾ, ਨੰਨਾ, ਮੰਮਾ। ਤੋ 99.99% ਲੋਕ ਜਿਹੜੇ ਹੈਗੇ ਨੇ ਉਹ ਇੱਕ ਹੋਰ ਧੁਨੀ ਨੂੰ ਨਾਸਕੀ ਵਿੱਚ ਬੋਲੀ ਜਾਂਦੇ ਨੇ। ਉਹ ਕੀ ਕਰਦੇ ਨੇ, ਜਿਹੜਾ ਟ ਹੈਗਾ ਵਾ, ਟ ਜਾਂ ਟੈਕਾ, ਟ ਜਾਂ ਟੈਕਾ, ਇਹਨੂੰ ਟੈਕਾ ਕਹਿੰਦੇ ਨੇ। ਤੁਸੀਂ ਇਹ ਹਾਲਾਂਕਿ ਜੇਕਰ ਸ਼ਾਬਦਿਕ ਪੱਧਰ ਤੇ ਵੇਖੀਏ ਤੇ ਐਉਂ ਹੈ, ਤੁਸੀਂ ਇਹਨੂੰ ਐਂ ਬੋਲਦੇ ਹੋ ਟੈਕਾ, ਕਿਉਂਕਿ ਇਹ ਜਿਹੜਾ ਇਹਦਾ ਉਚਾਰਨ ਹੈ, ਤੁਸੀਂ ਜਦੋਂ ਉਚਾਰਨ ਕਰਨਾ ਨੱਕ ਬੰਦ ਕਰ ਦਿਓ, ਟੈਕਾ। ਤਾਂ ਟੈਕਾ ਹੋਊਗਾ ਨਾ ਕਿ ਟੈਂਕਾ। ਰਹਿ ਗਈ ਗੱਲ ਫਿਰ ਉਹੀ ਕਿ ਅਸੀਂ ਇਹਨੂੰ ਸ਼ਬਦ ਨਹੀਂ ਮੰਨਣਾ ਹੈਗਾ। ਇਹਨਾਂ ਨੂੰ ਅਸੀਂ ਆਪਦੇ ਸੁੱਖ ਵਾਸਤੇ, ਆਪਦੀ ਸੁਖੈਨ ਬਿਰਤੀ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੂੰ ਸ਼ਬਦ ਬਣਾ ਲਿਆ ਹੈਗਾ। ਹਾਲਾਂਕਿ ਸਾਊਂਡ ਨੇ, ਇਹ ਅੱਖਰ ਨੇ। ਅੱਖਰ ਕੀ ਹੈਗਾ, ਸੰਸਕ੍ਰਿਤ ਦੇ ਅਕਸ਼ਰ ਤੋਂ ਆਇਆ ਹੈਗਾ। ਅਕਸ਼ਰ, ਅਕਸ਼ਰ ਤੋਂ ਅਰਥ ਦਾ ਕੀ ਅਰਥ ਹੁੰਦਾ, ਜਿਹਨੂੰ ਤੁਸੀਂ ਹੋਰ ਖੋਰ ਨਹੀਂ ਸਕਦੇ। ਸੰਸਕ੍ਰਿਤ ਵਿੱਚ ਕਹਿੰਦੇ ਨੇ ਅਕਸ਼ਰ। ਅਗੇਤਰ ਹੈ, ਉਪਸਰਗ ਹੈ, ਅਕਸ਼ਰ। ਅਕਸ਼ਰ ਦਾ ਅਰਥ ਹੁੰਦਾ ਹੈ ਜਿਹਨੂੰ ਖੋਰਿਆ ਨਾ ਜਾਵੇ। ਖੋਰਿਆ ਨਾਵਾਚਕ ਬਣ ਗਿਆ, ਜਿਹਨੂੰ ਹੋਰ ਤੋੜਿਆ ਨਾ ਜਾਵੇ, ਜਿਹਨੂੰ ਹੋਰ ਖੋਰਿਆ ਨਾ ਜਾਵੇ, ਜਿਹਨੂੰ ਹੋਰ ਛੋਟਾ ਨਾ ਕੀਤਾ ਜਾਵੇ, ਉਹ ਅੱਖਰ ਹੈ। तो इनू तुसी अखर मात्र तक ही महदूद रखो, इदू शब्द बनाउण दा यतन ना करो। ठीक है, असीं अपनी सहूलियत वास्ते कक्का लिखता, खक्खा लिखता, वो तो अपनी साडी सहूलियत हैगी है, पर असल दे विच क ते ख ही हन। ये साउंड मात्र ने, धुनी मात्र ने जस्ट। तो इस प्रकार जिहड़ियां साडीयां इत्थों तक दे जिहड़े साडे पहला असीं स्वरां दा अध्ययन कीता हैगा, उस तो बाद दे विच द्वितीय असीं जिहड़ा हैगा ओह व्यंजनां दा अध्ययन कर लिया। तो साडे कोले जिहड़े इस प्रकार व्यंजन आ जांदे ने, और आ जिहड़ी नवीन टोली बोलदे ने इहनूं, आ जिहड़ी मैं अलग तो थोड़ा जिहा तुहानूं समझाऊंगा। जिहड़ी नवीन टोली हैगी आ, सस्से पैर बिंदी, खखे पैर बिंदी, गग्गे पैर बिंदी, जज्जे पैर बिंदी, फफे पैर बिंदी ते लल्ले पैर बिंदी। हुण जिहड़ा सस्से पैर बिंदी है, ये फारसी दे शीन तो आया है पंजाबी दे विच। फारसी दा शीन, पंजाबी दा श। जिहड़ा तुहाडा आ सस्सा हैगा है, ये फारसी दे से, स्वाद से ते सीन दे कर्म बार वरतिया जांदा हैगा। अलग अलग कैटेगरी, अलग अलग समय दे विचकार इहदी वरतों हुंदी हैगी। पर असीं की करदे हैगे आ, ਅਸੀਂ ਜਿਹੜੀ ਇਹਦੀ ਤੇ ਇਹਦੀ ਵਰਤੋਂ ਵਿਚਕਾਰ ਸਾਨੂੰ ਬਹੁਤੀ ਵਾਰੀ ਪਤਾ ਨਹੀਂ ਲੱਗਦਾ ਹੈਗਾ। ਫਾਰਸੀ ਦੇ ਸਾਊਂਡ ਨੇ ਸਾਰੇ ਪਰਸ਼ੀਅਨ ਸਾਊਂਡ ਨੇ ਇਹ, ਕਿਉਂਕਿ ਲੰਮਾ ਸਮਾਂ ਪੰਜਾਬ ਜਿਹੜਾ ਹੈਗਾ ਹੈ ਉਹ ਮੁਗਲਾਂ ਦੇ ਵਿਰੁੱਧ ਰਿਹਾ, ਉਹਨਾਂ ਦੇ ਅਧੀਨ ਰਿਹਾ ਹੈਗਾ। ਉਸ ਤੋਂ ਬਾਅਦ ਦੇ ਵਿੱਚ ਸਿੱਖ ਰਾਜ ਆ ਜਾਂਦਾ ਹੈਗਾ। ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾਂ, ਉਹਨਾਂ ਦੀ ਵੀ ਜਿਹੜੀ ਦਰਬਾਰੀ ਭਾਸ਼ਾ ਸੀਗੀ, ਜਿਹੜੀ ਗਵਰਨਮੈਂਟ ਦੀ ਲੈਂਗੁਏਜ ਸੀ ਉਸ ਵੇਲੇ, ਸਰਕਾਰੀ ਦਫ਼ਤਰੀ ਲੈਂਗੁਏਜ ਸੀ, ਉਹ ਪਰਸ਼ੀਅਨ ਹੀ ਸੀ। ਤਾਂ ਇਸ ਕਰਕੇ ਪਰਸ਼ੀਅਨ ਦਾ ਪੰਜਾਬੀ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਹੈ। तो वो धुनियां आउणियां जिहड़ी ये आम ही गल है, किसी भाषा दी दूजी भाषा दे विच वर्ड जा वड़ने, धुनियां जा वड़नियां, ये आम जी गल हैगी है। तो आ जिहड़ा श हैगा, जदों तुसीं लिखदे हो शिंदा, शिंदा इउं लिखिया जांदा है। जे तुसीं पंजाबी च शिंदा इउं लिखदे हो, तो फिर शिंदा फारसी दा वर्ड है जिहदा अर्थ हुंदा जवान, गभरू। तो जिहड़ा आ लिखदे हो, ये जिहड़ा ठीक नहीं हैगा। तो ये की है श, छ नहीं, ये छ है, श। तो आ गया स। अगला तुहाडे कोल हैगा जिहड़ा वो ख है, खखे पैर बिंदी। खखे पैर बिंदी फारसी दे खे दा समानार्थिक है। जेकर तुसीं आ पंजाबी दा जिहड़ा खखा हैगा तुहाडा, वो फारसी दे ऐस दा समानार्थिक है। के दुत्तछम ख, आ दुत्तछम बोलदे ने इहनूं, हा दी मात्रा लग जांदी है, खखा बन जांदा कक्के दे नाल जुड़ के, ये ख है। पर आ की हैगा, ये ख। आ ख है, जिवें गल करिए असीं सुखविंदर सिंह, लखविंदर सिंह, ख दी मात्रा। पर आ ख नहीं हैगा, की है ख। जिवें तुसीं बोलदे हो खबर, खरगोश, खत्म, तो या खत कह दो, खत भी कह सकते हो, खत या खत्म। तो वो किया ख, ये किया ख। नैक्सट जिहड़ा हैगा है वो साडे कोले आ गया गग्गा। हुण ये दो ने साडे कोल, जिहड़ा आ हैगा ये फारसी दे गैन दा समानार्थिक है, गैन। आ हैगा फारसी दे
गाफ दा, नीचे वाला गाफ है, उपरला गैन हैगा। जो तुसी लिखते हो जिन्हों थल्ले वाला तो गग्गा है, ग ग ग, उपरला ग, थल्ले वाला ग, उपरला ग। जो तुसी लिखते हो गम गम, गुबारा गुबारा, गुबारा का अर्थ होंदा धूड़ का बदल। वैसे हुण पंजाबी च बैलून वास्ते जिन्हों आम मलवई दे विच बुलबुला कहंदे जवाकां दे खेडण वाला, बैलून वास्ते ਉਹਦੇ ਵਾਸਤੇ ਗੁਬਾਰਾ ਸ਼ਬਦ ਵਰਤਿਆ, ਗੁਬਾਰਾ ਸ਼ਬਦ ਵਰਤਿਆ ਜਾਣ ਲੱਗ ਪਿਆ। ਹਾਲਾਂਕਿ ਗੁਬਾਰੇ ਦਾ ਅਰਥ ਹੁੰਦਾ ਗੁਬਾਰ, ਧੂੜ ਦਾ ਬੱਦਲ। ਗੁਬਾਰਾ, ਗੁਬਾਰ ਦਾ ਬੱਦਲ ਫਾਰਸੀ ਦਾ ਵਰਡ ਹੈ, ਧੂੜ ਦਾ ਬੱਦਲ। ਗੁਬਾਰਾ, ਗਰਦੋ ਗੁਬਾਰ ਆਪਾਂ ਲਿਖਦੇ ਹਾਂ। ਕਹਿੰਦੇ ਕਿ ਫਾਰਸੀ ਦੀ ਇੱਕ ਕਹਾਵਤ ਹੈ ਕਿ ਮੁਲਤਾਨ ਦੀਆਂ 4 ਚੀਜ਼ਾਂ ਬੜੀਆਂ ਮਸ਼ਹੂਰ ਨੇ, ਤੋ ਗਰਦ, ਗਦਾ, ਗਮਾ ਤੇ ਗੋਰਿਸਤਾਨ। ਤੋ ਗਰਦ ਜਿਹੜਾ ਹੈਗਾ, ਗੁਬਾਰ ਹੈਗਾ, ਜਿਹੜਾ ਹੈਗਾ ਗਰਦ, ਗੁਬਾਰ, ਗਦਾ, ਗੋਰਿਸਤਾਨ। ਤੋ ਭਿਖਾਰੀ ਲੋਕ ਨੇ, ਭੀਖ ਮੰਗੇ ਨੇ। ਉਸ ਤੋਂ ਬਾਅਦ ਗਰਦ ਹੈ, ਗੁਬਾਰ ਹੈ, ਤੇ ਜਿਹੜੀਆਂ ਹੈਗੀਆਂ ਨੇ ਉਹ ਕਹਿੰਦੇ ਨੇ ਕਿੱਥੇ ਕਬਰਾਂ, ਗੋਰਿਸਤਾਨ ਕਬਰਾਂ, ਕਬਰਾਂ ਨੇ। ਤੋ ਮੁਲਤਾਨ ਦੀ ਇੱਕ ਜਿਹੜੀਆਂ 4 ਵਸਤਾਂ ਉਹ ਦੱਸਦੇ ਨੇ, ਉਹਨਾਂ ਦੀ ਕਹਾਵਤ ਹੈ ਇੱਕ ਫਾਰਸੀ ਦੀ ਆਮ ਹੀ। ਤੋ ਜਿਹੜਾ ਉੱਪਰਲਾ ਹੈਗਾ ਇਸ ਕਰਕੇ ਇਹ ਕੀ ਆ ਗ, ਇਹਨੂੰ ਤੁਸੀਂ ਬੋਲਣਾ ਗ, ਥੱਲੇ ਵਾਲਾ ਕੀ ਆ ਗ। ਜਿਵੇਂ ਗੁਰਮੀਤ, ਗੁਰਮੀਤ ਜਾਂ ਗੁਰੂ, ਜੋ ਮਰਜ਼ੀ ਲਿਖ ਦਿਓ। तो नैक्सट आ जाता है जज्जे पैर बिंदी। तो मैं तुहानू यह जिहड़ा हैगा वो अंग्रेजी के कंटैक्सट दे विच दसूंगा, क्योंकि फारसी दे विच जिहड़े जे, जाए, जाल, जुआद, जोए तो बाले अखर ने फारसी दे इस दे अकॉर्डिंग तुहानू समझ नहीं लगेगी। इत्थे मैं तुहानू अंग्रेजी के संदर्भ दे विच ही दसूंगा। जिथे अंग्रेजी दे विच Z दी वरतों कीती जाती है, जिवें तुसीं लिखदे हो जिंदगी, एक ही है ज ज ज, जिंदगी, जंजीर। तो जिहड़ा आ है ये अंग्रेजी दा जे है। जो तुसीं कहने हो जवाक, जिवें तुसीं लिखदे हो जवाक, तां जसवीर, जस्सा। एक ही है ज, एक ही है ज। नैक्सट की हैगा फ, फफे पैर बिंदी ते सिंपल फफा। ये तुहाडा फारसी दा जिहड़ा फफे पैर बिंदी है ये फे दा समानार्थिक है, ओदा पर्याय है, भाव कि ओही धुनी है। पर जिहड़ा फफा है ये पे दुत्तछम फ बनाया हैगा। ਇਹਨੂੰ ਤੁਸੀਂ बोलना है फ। ਤੁਹਾਡੇ ਦੰਦ ਨੇ ਜਿਹੜੇ ਉਹ ਤੁਹਾਡੇ ਥੱਲੇ ਵਾਲੇ ਬੁੱਲ ਦੇ ਨਾਲ ਟੱਚ ਕਰਨਗੇ। फ ਜਿਵੇਂ ਤੁਸੀਂ ਲਿਖਦੇ ਹੋ ਫੁਹਾਰਾ, फाउंटेन हुंदा जिहड़ा फुहारा उपर नूं चलण वाला, फुहारा। पर जिहड़ा आ हैगा फफा ये की है, ये सादा है। जिवें तुसीं लिखदे हो साफ, तो ये की है जिवें फुल, फल, फुल, फल। वो की है फ, ये की है फ, उपर वाला फ, थल्ले वाला फ। इहदे विच ना बड़ी थोड़ा जिहा ही फर्क हैगा। अक्सर मैं गल ये कहना हुंदा है कि फफे विच ते फफे पैर बिंदी दे विच थोड़ा जिहा फर्क है। जे तुसीं फर्क समझ लिया तो इन्हां दे फर्क नूं समझ जाओगे। भाव की है फ, फ ते फ। नैक्सट लास्ट ते साडे कोल हैगा वा लल्ला। इत्थे मैं बिंदी नहीं लाई। ये तुहाडा पंजाबी, ये कोई फारसी दे साउंड नहीं, पंजाबी दियां डॉक्टर हरजीत सिंह गिल दे अकॉर्डिंग डायलैक्ट्स एंड सब डायलैक्ट्स ਜਿਹੜੀਆਂ ਨੇ ਉਹ 28 ਨੇ, 28 ਨੇ ਉਹ। तो ਸਾਰੀਆਂ ਦੇ ਵਿੱਚੋਂ ਜਿਹੜਾ ਲੱਲਾ ਹੈਗਾ ਹੈ ਤੇ ਉਹ ਤਕਰੀਬਨ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਹੈਗਾ ਉਹ ਮਲਵਈ ਦੇ ਵਿੱਚ ਪਾਇਆ ਜਾਂਦਾ ਹੈ। ਸਾਡੀ ਜਿੱਥੋਂ ਦੀ ਸਾਡੀ ਬੋਲੀ ਮਲਵਈ ਬੋਲੀ ਹੈ ਜਿਹੜੀ, ਉਹਦੇ ਵਿੱਚ ਲੱਲਾ ਉਪਭਾਸ਼ਾ ਉਹਦੇ ਵਿੱਚ ਪਾਇਆ ਜਾਂਦਾ, ਪੈਰ ਬਿੰਦੀ ਵਾਲਾ। ਜਿਹੜਾ ਆ ਹੈ ਇਹ ਪਾਰਸ਼ਵਿਕ ਹੈ ਤੁਹਾਡਾ ਲੱਲਾ, ਪਾਰਸ਼ਵਿਕ। पार्श्विक तो भाव की है लल्ला, पर उपरला लल्ला नहीं हैगा। उपरला की है मूर्तनी है। ये की है मूर्तनी। ये की होगा ळ, थल्ले वाला ल, उपरला ळ। जो तुसी लिखदे हो सूल, सूल तो सूल, हल, हल तो हाल। ठीक है जी। उस तो बाद दे विच नाल, नाल तो नाल, नाल, नाल। ठीक है। तो जो कि वो है ळ, ये है ल। तो कुल मिला के ये पंजाबी दे साडे जिहड़े सीगे धुनी ग्राम ने।
ਪੰਜਾਬੀ ਦੀਆਂ ਸਾਡੀਆਂ ਧੁਨੀਆਂ ਨੇ। ਤੋ ਇਹਨਾਂ ਦੀ ਵਰਤੋਂ ਦੇ ਨਾਲ ਹੀ ਸਾਨੂੰ ਸਭ ਤੋਂ ਪ੍ਰਥਮ ਜਿਹੜਾ ਹੈਗਾ ਇਹਨਾਂ ਦੀ ਵਰਤੋਂ ਵਿਉਂਤ ਦਾ, ਇਹਨਾਂ ਦੀ ਪਛਾਣ ਦਾ, ਇਹਨਾਂ ਦੇ ਆਇਡੈਂਟੀਫਿਕੇਸ਼ਨ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ। ਤੋ ਜੇਕਰ ਸਾਨੂੰ ਇਹਨਾਂ ਦੀ ਆਇਡੈਂਟੀਫਿਕੇਸ਼ਨ ਦਾ ਪਤਾ, ਫੇਰ ਹੀ ਅੱਗੇ ਜਾ ਕਰਕੇ ਅਸੀਂ ਭਾਸ਼ਾ ਨੂੰ ਸਮਝ ਸਕਦੇ ਹੈਗੇ ਆ। ਪ੍ਰੋਬਲਮ ਇੱਥੇ ਆਉਂਦੀ ਹੈ ਕਿਉਂਕਿ ਸਾਡੇ ਕੋਲੋਂ ਫਾਰਸੀ ਭਾਸ਼ਾ ਜਾਂ ਉਰਦੂ ਭਾਸ਼ਾ ਦੇ ਵਿੱਚ ਸਾਡੇ ਬੜਾ ਵੱਡਾ ਦੁਖਾਂਤ ਹੈ ਇਹ ਪੰਜਾਬੀ ਪਾਠਕ ਵਰਗ ਦਾ, ਪੰਜਾਬੀ ਵਿਦਿਆਰਥੀ ਵਰਗ ਦਾ, ਪੰਜਾਬੀ ਖੋਜਾਰਥੀ ਵਰਗ ਦਾ, ਕਿ ਉਹ ਸੰਸਕ੍ਰਿਤ, ਫਾਰਸੀ ਵਰਗੀਆਂ ਜਾਂ ਉਰਦੂ ਵਰਗੀਆਂ ਜ਼ੁਬਾਨਾਂ ਤੋਂ ਮਹਿਰੂਮ ਨੇ। ਜਿੰਨਾ ਚਿਰ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਅਕਸਰ ਇਹ ਗੱਲ ਕਹਿੰਦੇ ਸੀਗੇ, ਬੜੇ ਤਕੜੇ ਵਿਦਵਾਨ ਨੇ, ਭਾਸ਼ਾ ਸ਼ਾਸਤਰੀ ਨੇ, ਕਾਵਿ ਸ਼ਾਸਤਰੀ ਨੇ, ਉਹ ਅਕਸਰ ਕਹਿੰਦੇ ਸੀਗੇ ਕਿ ਜੇਕਰ ਤੁਸੀਂ ਪੰਜਾਬੀ ਨੂੰ ਸਿੱਖਣਾ ਹੈਗਾ, ਪੰਜਾਬੀ ਦਾ ਅਧਿਐਨ ਕਰਨਾ ਹੈਗਾ, ਤੇ ਇਕੱਲੀ ਪੰਜਾਬੀ ਪੜ੍ਹਨੀ ਹੀ ਲਾਜ਼ਮੀ ਨਹੀਂ ਹੈਗੀ, ਤੁਹਾਨੂੰ ਸੰਬੰਧਿਤ ਜ਼ੁਬਾਨਾਂ ਦਾ ਵੀ ਪਤਾ ਹੋਵੇ। ਕਿਉਂਕਿ ਖਾਸ ਕਰਕੇ ਪੰਜਾਬ ਵਰਗੇ ਉੱਤਰ ਪੱਛਮੀ ਜਿਹੜਾ ਹੈਗਾ ਭੂਗੋਲਿਕ ਭੂ-ਭਾਗ ਦੇ ਵਿੱਚ, ਜਿਹੜਾ ਭੂਗੋਲਿਕ ਮਹੱਤਤਾ ਵਾਲਾ ਜਿਹੜਾ ਹੈਗਾ ਇਹ ਖੰਡ ਹੈਗਾ ਵਾ, ਕਿਉਂਕਿ ਇੱਥੇ ਹਮਲਾਵਰਾਂ ਦਾ ਸਿੱਧਾ ਸੰਬੰਧ ਰਿਹਾ ਹੈਗਾ ਪੰਜਾਬ ਦੇ ਨਾਲ। ਤੋ ਯੂਰਪੀਨਾਂ ਨੂੰ ਛੱਡ ਕੇ ਭਾਵੇਂ ਕੁਸ਼ਾਣ ਸੀ, ਬੈਕਟੀਰੀਅਨ ਸੀ, ਸ਼ਕ ਸੀ, ਹੂਣ ਸੀ, ਆਰੀਅਨ ਸੀਗੇ, ਮੁਗਲ ਸੀਗੇ, ਤੋ ਜਾਂ ਅਫਗਾਨ ਸੀ, ਉਹ ਸਾਰੇ ਦੇ ਸਾਰੇ ਬੰਦੇ ਮੱਧ ਏਸ਼ੀਆ ਤੋਂ ਪੰਜਾਬ ਦੇ ਵਿੱਚ ਦੀ ਹੀ ਲੰਘ ਕੇ ਗਏ, ਔਰ ਉਹਨਾਂ ਦੀਆਂ ਜ਼ੁਬਾਨਾਂ ਦਾ ਪ੍ਰਭਾਵ ਜਿਹੜਾ ਹੈਗਾ ਉਹ ਪੰਜਾਬੀ ਦੇ ਉੱਤੇ ਪ੍ਰਤੱਖ ਦਿਖਦਾ ਹੈਗਾ, ਸਪਸ਼ਟ ਰੂਪ ਦੇ ਵਿੱਚ ਦਿਖਾਈ ਦਿੰਦਾ ਹੈ। ਤੋ ਬਾਲੀਆਂ ਜ਼ੁਬਾਨਾਂ, ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਬਾਲੀਆਂ ਜ਼ੁਬਾਨਾਂ ਉਹਨਾਂ ਦੀਆਂ ਸਾਰੀਆਂ ਹੀ ਜ਼ੁਬਾਨਾਂ ਸਿੱਖ ਲੈਣੀਆਂ। ਤਕਰੀਬਨ ਤੋਂ ਤਕਰੀਬਨ ਜੇ ਤੁਸੀਂ ਪੰਜਾਬੀ ਦੀ ਉਸ ਮੁਹਾਰਤ ਨੂੰ ਹਾਸਲ ਕਰਨਾ ਹੈਗਾ, ਉਸ ਪਕੜ ਨੂੰ ਹਾਸਲ ਕਰਨਾ ਹੈਗਾ, ਤੇ ਤੁਹਾਨੂੰ ਸੰਸਕ੍ਰਿਤ ਜਿਹੜੀ ਹੈਗੀ ਹੈ ਨਾਲ ਫਾਰਸੀ ਜਾਂ ਉਰਦੂ ਦੇ ਜਿਹੜੇ ਜ਼ੁਬਾਨ ਦੇ ਜਿਹੜੇ ਕਾਇਦੇ ਹੈਗੇ ਨੇ, ਉਹ ਤੁਹਾਨੂੰ, ਜਾਂ ਸੰਸਕ੍ਰਿਤ ਦੇ ਨਿਯਮ ਹੈਗੇ ਨੇ, ਉਹ ਤੁਹਾਨੂੰ ਆਉਣੇ ਚਾਹੀਦੇ ਨੇ। ਤਾਂ ਫੇਰ ਹੀ ਤੁਸੀਂ ਇਹਦੀ ਜੈਨੇਟਿਕਸ, ਤੁਹਾਡੀ ਅਪਰੋਚ ਹੋ ਪਾਊਗੀ ਉਸ ਭਾਸ਼ਾ ਦੇ ਪ੍ਰਿਸ਼ਠ ਭੂਮੀ ਤੱਕ ਤੁਸੀਂ ਜਿਹੜੀ ਪਹੁੰਚ ਸਕੋਗੇ, ਉਹਦੇ ਜਨਨਿਕ ਸਰੋਤ ਤੱਕ ਤੁਸੀਂ ਪਹੁੰਚ ਪਾਓਗੇ ਕਿ ਉਹ ਕਿੱਥੋਂ ਆਈ ਹੈਗੀ ਹੈ, ਉਹਦਾ ਕੀ ਸੰਬੰਧ ਹੈ। ਤੋ ਮੈਨੂੰ ਆਸ ਹੈ ਕਿ ਇਸ ਜਿਹੜਾ ਧੁਨੀ ਅਧਿਐਨ ਦਾ ਸਾਡਾ ਇਹ ਪ੍ਰਥਮ ਭਾਗ ਹੈਗਾ ਵਾ, ਤੋ ਦਵਿਤੀਆ ਭਾਗ ਅਸੀਂ ਫੇਰ ਉਦੋਂ ਬਾਅਦ ਦੇ ਵਿੱਚ ਪਾ ਦਿਆਂਗੇ। ਤੋ ਪ੍ਰਥਮ ਭਾਗ ਜਿਹੜਾ ਹੈਗਾ ਉਹਦੇ ਤੋਂ ਤੁਸੀਂ, ਮੈਨੂੰ ਲੱਗਦਾ ਹੈਗਾ ਕਿ ਤੁਸੀਂ ਜ਼ਰੂਰ ਲਾਹੇਵੰਦ ਤੁਹਾਨੂੰ ਸਾਬਤ ਹੋਊਗਾ। ਸੋ ਧੰਨਵਾਦ।